ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਅਸੀਂ ਇੱਕ ਅਜਿਹੀ ਚੀਜ਼ ਸਮੁੱਚੀ ਦੁਨੀਆ ਦੇ ਵਿੱਚ ਵਾਸਤੇ ਸਿੱਖ ਸੰਗਤ ਨੂੰ ਤੇ ਸਮੁੱਚੇ ਦਰਸ਼ਕਾਂ ਨੂੰ ਦਿਖਾਵਾਂਗੇ। ਸਿੱਖ ਚੈਨਲ ਦੇ ਜ਼ਰੀਏ ਬਹੁਤ ਸਾਰੀਆਂ ਇਨਵੈਂਸ਼ਨਸ ਜਿਹੜੀਆਂ ਆ ਉਹ ਦੁਨੀਆ ਭਰ ਦੇ ਵਿੱਚ ਹੁੰਦੀਆਂ ਆ। ਬਹੁਤ ਸਾਰੇ ਆਵਿਸ਼ਕਾਰ, ਬਹੁਤ ਸਾਰੀਆਂ ਕਾਢਾਂ, ਬਹੁਤ ਸਾਰੇ ਵਿਗਿਆਨੀ ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਬਣਾਉਂਦੇ ਰਹਿੰਦੇ ਆ। ਪਰ ਅੱਜ ਅਸੀਂ ਜਿਸ ਚੀਜ਼ ਦੇ ਬਾਰੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹੈਗੀ ਆ ਇੱਕ ਕਾਰ, ਜਿਹੜੀ ਕਿ ਇਲੈਕਟ੍ਰਿਕ ਕਾਰ ਆ, ਜਿਹੜੀ ਕਿ ਬੈਟਰੀ ਦੇ ਉੱਤੇ ਚੱਲਦੀ ਆ। ਅਤੇ ਇਹ ਕਾਰ ਜਿਹੜੀ ਆ ਉਹ ਬਣਾਈ ਆ ਅੰਮ੍ਰਿਤਸਰ ਦੇ ਰਹਿਣ ਵਾਲੇ BM ਸਿੰਘ ਉਹਨਾਂ ਨੇ। ਸੋ ਉਹ ਪੇਸ਼ੇ ਤੋਂ ਇੰਜੀਨੀਅਰ ਰਹਿ ਚੁੱਕੇ ਨੇ ਰੇਲਵੇ ਦੇ ਵਿੱਚ, ਅਤੇ ਹੁਣ ਉਹਨਾਂ ਦੇ ਵੱਲੋਂ ਇੱਕ ਅਜਿਹੀ ਕਾਰ ਬਣਾਈ ਗਈ ਹੈ ਜਿਹੜੀ ਬੈਟਰੀ ਦੇ ਉੱਤੇ ਚੱਲਦੀ ਆ। ਇਸ ਦਾ ਫਾਇਦਾ ਇਹ ਆ ਅਤੇ ਸਮੇਂ ਦੀ ਜ਼ਰੂਰਤ ਵੀ ਸ਼ਾਇਦ ਹੁਣ ਇਹੀ ਆ ਕਿ ਜਿਹੜਾ ਪੋਲਿਊਸ਼ਨ ਆ ਉਹ ਬਹੁਤ ਜ਼ਿਆਦਾ ਆ। ਦੋ ਤਰ੍ਹਾਂ ਦਾ ਪੋਲਿਊਸ਼ਨ ਮੈਂ ਸਮਝਦਾ ਹਾਂ ਕਿ ਜ਼ਿਆਦਾ, ਇੱਕ ਨੋਇਸ ਪੋਲਿਊਸ਼ਨ ਅਤੇ ਇੱਕ ਏਅਰ ਪੋਲਿਊਸ਼ਨ। ਇਹ ਖਾਸ ਕਰਕੇ ਇਹਨਾਂ ਦੋਨਾਂ ਤਰ੍ਹਾਂ ਦੇ ਪੋਲਿਊਸ਼ਨਸ ਜਿਹੜੇ ਆ ਉਸ ਤੋਂ ਸਾਨੂੰ ਨਿਜਾਤ ਦਿਵਾਉਂਦੀ ਆ। ਇਸ ਦੀਆਂ ਕੀ ਖੂਬੀਆਂ ਨੇ, ਕਿਸ ਤਰ੍ਹਾਂ ਇਸ ਨੂੰ ਤਿਆਰ ਕੀਤਾ ਗਿਆ ਆ, ਕੀ ਕੁਝ ਇਸ ਦੇ ਵਿੱਚ ਲੁਕਾਇਆ ਗਿਆ ਆ, ਇਹ ਬੈਟਰੀ 'ਤੇ ਚੱਲਦੀ ਆ, ਕਿੰਨੀਆਂ ਬੈਟਰੀਆਂ ਨੇ, ਕਿਵੇਂ ਚਾਰਜ ਹੁੰਦੀ ਆ, ਇਸ ਦੀ ਕੀਮਤ ਕਿੰਨੀ ਆ, ਇਹ ਸਾਰਾ ਕੁਝ ਜਾਣਨ ਵਾਸਤੇ ਅਸੀਂ ਗੱਲਬਾਤ ਕਰਾਂਗੇ BM ਸਿੰਘ ਹੋਰਾਂ ਦੇ ਨਾਲ, ਅਤੇ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਹ ਜਿਹੜੀ ਕਾਰ ਆ ਉਹ ਤਿਆਰ ਕੀਤੀ ਜਾਵੇ, ਜਿਹੜੀ ਕਿ ਸੁਖਾਲੇ ਤਰੀਕੇ ਦੇ ਨਾਲ ਭੀੜ ਭੜੱਕੇ ਦੇ ਵਿੱਚ ਸਹੀ ਜਿਹੜੀ ਆ ਉਹ ਚੱਲ ਸਕੇ। ਸੋ ਆਓ ਚੱਲਦੇ ਹਾਂ BM ਸਿੰਘ ਹੋਰਾਂ ਦੇ ਕੋਲ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਇਹ ਕਾਰ ਜਿਹੜੀ ਆ ਉਹ ਕਿਸ ਤਰ੍ਹਾਂ ਦੇ ਨਾਲ ਤਿਆਰ ਕੀਤੀ ਗਈ ਹੈ ਅਤੇ ਕੀ ਕੁਝ ਇਸ ਚੀਜ਼ ਦੇ ਇਸ ਗੱਡੀ ਦੇ ਵਿੱਚ, ਕਾਰ ਦੇ ਵਿੱਚ ਲਗਾਇਆ ਗਿਆ ਆ। ਸੋ ਬਿਲਕੁਲ ਮੇਰੇ ਨਾਲ ਨੇ ਇਸ ਵੇਲੇ BM ਸਿੰਘ, ਜਿਨ੍ਹਾਂ ਦੇ ਵੱਲੋਂ ਇਹ ਕਾਰ ਜਿਹੜੀ ਆ ਉਹ ਬਣਾਈ ਗਈ ਆ, ਤਿਆਰ ਕੀਤੀ ਗਈ ਆ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਇਹ ਕਾਰ ਜਿਹੜੀ ਤੁਸੀਂ ਤਿਆਰ ਕੀਤੀ ਆ ਇਹ ਬਹੁਤ, ਇੱਕ ਦੇਖਿਆ ਜਾਵੇ ਤਾਂ ਬਹੁਤ ਅੱਛੀ, ਇਹਦੀ ਲੁੱਕ ਵੀ ਇਹਦੀ ਬਹੁਤ ਅੱਛੀ ਆ।
ਲੁੱਕ ਤੋਂ ਇਲਾਵਾ ਕੀ ਇਸ ਦੇ ਵਿੱਚ ਖਾਸੀਅਤ ਆ, ਉਹ ਮੈਂ ਚਾਹੂੰਗਾ ਕਿ ਤੁਸੀਂ ਦਰਸ਼ਕਾਂ ਨੂੰ ਦੱਸੋ ਕਿ ਖਾਸੀਅਤ ਕੀ ਹੈ ਇਸ ਗੱਡੀ ਦੇ ਵਿੱਚ ਤੇ ਦੂਸਰੀਆਂ ਕਾਰਾਂ ਨਾਲੋਂ ਵੱਖਰਾ ਕੀ ਆ। ਕਾਰਾਂ ਨਾਲੋਂ ਬਿਲਕੁਲ ਵੱਖਰਾ ਹੈ ਔਰ ਇਹ ਇੱਕ ਤਰ੍ਹਾਂ ਦਾ ਪੁਰਾਣਾ ਔਰ ਨया ਮਾਡਲ ਜਿਹੜੇ ਹੈ, ਪੁਰਾਣੇ ਮਾਡਲ 1917 ਦੇ 20 ਦੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਜਿਹੜੇ ਲੇਟੈਸਟ ਮਾਡਲ ਹੈ ਉਹਨਾਂ ਦਾ ਇੱਕ ਤਰ੍ਹਾਂ ਦਾ ਕੰਬੀਨੇਸ਼ਨ ਹੈ, ਉਹਦਾ ਮਿਸ਼ਰਣ ਹੈ ਔਰ ਉਹ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਨਿਊ ਬੋਟਲ ਐਂਡ ਨਿਊ ਵਾਈਨ। ਉਹ ਮੈਂ ਇਸ ਵਾਸਤੇ ਕਹਿ ਰਿਹਾ ਕਿ ਇਹਦੀ ਜਿਹੜੀ ਬੋਡੀ ਲਾਈਨ ਹੈ ਉਹ ਵੀ ਬਿਲਕੁਲ ਡਿਫਰੈਂਟ ਹੈ ਔਰ ਇਹਦੀ ਟੈਕਨੋਲੋਜੀ ਲੇਟੈਸਟ ਹੈ। ਲੇਟੈਸਟ ਮੀਨਸ ਇਲੈਕਟ੍ਰਿਕ ਵਹੀਕਲ ਹੈ ਜਿਹੜੀ ਕਿ ਇੰਡੀਆਜ਼ ਫਸਟ ਹੈਂਡ ਕ੍ਰਾਫਟਡ ਕਾਰ ਜਿਹੜੀ ਕਿ ਵਰਕਸ਼ਾਪ, ਛੋਟੀ ਜਿਹੀ ਵਰਕਸ਼ਾਪ ਦੇ ਵਿੱਚ ਬਣਾਈ ਗਈ ਹੈ ਔਰ ਜਿਸ ਬੰਦੇ ਨੇ ਬਣਾਈ ਹੈ ਉਹਦਾ ਨਾਂ ਦਲਜੀਤ ਸਿੰਘ ਭੋਲਾ ਹੈ। ਅਸੀਂ ਦੋਨਾਂ ਨੇ ਮਿਲ ਕੇ ਮੈਂ ਉਹਨੂੰ ਸਲਾਹ ਦਿੱਤੀ ਕਿ ਇੱਕ ਗੱਡੀ ਬਣਾਉਣੀ ਹੈ, ਇਸ ਤਰ੍ਹਾਂ ਦੀ ਕਾਰ ਬਣਾਉਣੀ ਹੈ ਜਿੱਦਾਂ ਈ ਰਿਕਸ਼ਾ ਚੱਲਦੀਆਂ ਤੇ ਉਸ ਤਰ੍ਹਾਂ ਦੀ ਅਸੀਂ ਇਹਨੂੰ ਕਨਵਰਟ ਕਰਨਾ ਕਾਰ। ਜਦੋਂ ਕੋਈ ਵੀ ਵਿਅਕਤੀ ਜਿਸਨੇ ਕਾਰ ਖਰੀਦਣੀ ਹੁੰਦੀ ਆ, ਸਭ ਤੋਂ ਪਹਿਲਾਂ ਉਹਦਾ ਜ਼ਿਹਨ ਦੇ ਵਿੱਚ ਇਹ ਚੀਜ਼ ਹੁੰਦੀ ਆ ਕਿ ਕਾਸਟ ਇਸ ਦੀ ਕੀ ਹੋਊਗੀ। ਕਾਰ ਜਿਹੜੀ ਵੀ ਉਹਨੇ ਖਰੀਦਣੀ, ਇਸ ਦੀ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਜੇ ਇਹਨੂੰ ਖਰੀਦਣਾ ਹੋਵੇ ਕਿਸੇ ਨੇ ਜਾਂ ਇਸ ਵਰਗੀ ਕਾਰ ਤਿਆਰ ਕੀਤੀ, ਕਿੰਨਾ ਖਰਚਾ ਜਿਹੜਾ ਆ ਉਹ ਤੁਹਾਡਾ ਲੱਗਾ ਤੇ ਇਹ ਕਾਸਟ ਕਿੰਨੀ ਇਹਦੀ ਹੈਗੀ ਆ। ਹਾਂ, ਉਹ ਇਸ ਤਰ੍ਹਾਂ ਹੈ ਕਿ ਕਿਉਂਕਿ ਸਾਡਾ ਫਸਟ ਐਕਸਪੈਰੀਮੈਂਟ ਸੀ, ਫਸਟ ਹੀ ਗੱਡੀ ਬਣਾਈ ਹੈ ਅਸੀਂ, ਇਸ ਵਾਸਤੇ ਅਸੀਂ ਕੋਈ ਪੈਸੇ ਨੂੰ ਵੱਲ ਕੁਝ ਨਹੀਂ ਦੇਖਿਆ। ਜਿੰਨੇ ਵੀ ਪੈਸੇ, ਜੋ ਚੀਜ਼ ਚਾਹੀਦੀ ਸੀ ਖਰੀਦ ਲਈ, ਜੋ ਚੀਜ਼ ਲੱਗਦੀ ਸੀ ਲਗਾ ਲਈ ਔਰ ਉਸ ਨੂੰ ਜਿਹੜਾ ਮੇਰਾ ਫੋਰਮੈਨ ਸੀ ਦਲਜੀਤ ਸਿੰਘ, ਉਹਨੂੰ ਖੁੱਲ੍ਹੀ ਛੁੱਟੀ ਦਿੱਤੀ ਕਿ ਵੀ ਤੂੰ ਜਿੱਥੋਂ ਮਰਜ਼ੀ ਸਮਾਨ ਲਿਆ, ਮੇਰੇ ਨਾਲ ਵੀ ਕਿਸੇ ਵੇਲੇ ਚਲਾ ਗਿਆ ਬੈਟਰੀ ਲੈਣ, ਲੇਕਿਨ ਉਸ ਨੂੰ ਫੁੱਲ ਅਥਾਰਟੀ ਸੀ। ਕੋਈ ਆਡਿਟ ਨਹੀਂ ਕੀਤਾ, ਕੁਛ ਨਹੀਂ ਮੈਂ ਪੁੱਛਿਆ ਵੀ ਤੂੰ ਬਣਾ ਦੇ। ਦੇਖਦਾ ਮੈਂ ਰਿਹਾ, ਕੋਈ ਸਲਾਹ ਮੇਰੇ ਨਾਲ ਉਹ ਕਰਦਾ ਰਿਹਾ ਰੰਗ ਦੇ ਬਾਰੇ 'ਚ, ਹੋਰ ਕਿਹੜੀਆਂ ਲਾਈਟਸ ਆਣੇ ਇਕੱਠੀਆਂ ਲੈ ਕੇ ਆਏ ਅਸੀਂ। ਬਾਕੀ ਜਿਹੜੀ ਮਕੈਨੀਕਲ ਪਾਰਟ ਹੈ, ਜਿੱਦਾਂ ਕਿ ਚੈਸਿਸ ਜਿਹੜੀ ਬਣਾਈ ਹੈ ਉਹਨੇ ਟੋਟਲੀ ਆਪਣੇ ਹੱਥ ਨਾਲ ਡਿਜ਼ਾਈਨ ਕਰਕੇ ਬਣਾਈ ਹੈ। ਬੋਡੀ ਵੀ ਸਾਰੀ ਸਟੀਲ ਦੀ ਹੈ, ਇਹ ਵੀ ਸਾਰੀ ਉਸਨੇ ਡਿਜ਼ਾਈਨ ਕੀਤੀ ਹੈ। ਰੰਗ ਮੈਂ ਦੱਸਿਆ ਸੀ, ਰੰਗ ਵੀ ਉਹਨੇ ਹੀ ਪੇਂਟ ਕੀਤਾ ਹੈ। ਤੇ ਜਿਹੜਾ ਇਹ 'ਚ ਇੱਕ ਬਟਨ ਹੈ ਰਿਵਰਸ ਵਾਸਤੇ, ਤੁਸੀਂ ਦੇਖਿਆ ਹੋਵੇਗਾ ਲਾਲ ਬਟਨ। ਚਾਹੂੰਗਾ ਕਿ ਤੁਸੀਂ ਬਟਨ ਜਿਹੜਾ ਹੈ ਉਹ ਦਿਖਾਓ ਕਿ ਕਿਹੜਾ ਬਟਨ ਹੈ ਤੇ ਕਿਸ ਤਰ੍ਹਾਂ ਦੇ ਨਾਲ ਵਰਕ ਕਰਦਾ ਆ ਉਹ। ਇਹ ਅੰਦਰ ਦੇਖੋਗੇ ਤੁਸੀਂ ਤਾਂ ਇਹ ਇੱਕ ਬਟਨ ਹੈ, ਲਾਲ ਬਟਨ ਹੈ, ਬਿਲਕੁਲ ਛੋਟਾ ਜਿਹਾ। ਵੱਡੀ ਗੱਡੀਆਂ 'ਚ ਬਹੁਤ ਸਾਰੇ ਗੀਅਰ ਹੁੰਦੇ ਆ, ਈਵਨ ਆਟੋਮੈਟਿਕ 'ਚ ਵੀ ਗੀਅਰ ਰਿਵਰਸ ਵਾਸਤੇ ਹੁੰਦਾ ਹੈ, ਇਸ 'ਚ ਉਹ ਵੀ ਨਹੀਂ ਹੈ। ਸਿਰਫ ਇਹ ਬਟਨ ਨੂੰ ਇਸ ਤਰ੍ਹਾਂ ਹੀ ਕਰਨਾ ਤੇ ਗੱਡੀ ਬੈਕ ਹੋ ਜਾਂਦੀ ਹੈ, ਤੇ ਇਸ ਨੂੰ ਇਸ ਤਰ੍ਹਾਂ ਹੀ ਕਰਨਾ ਹੈ ਤੇ ਗੱਡੀ ਅੱਗੇ ਹੋ ਜਾਂਦੀ ਹੈ। ਹੋਰ ਕੁਝ ਵੀ ਨਹੀਂ ਇਹਦੇ ਵਿੱਚ ਟੈਕਨੋਲੋਜੀ ਹੈ ਜੀ। ਔਰ ਪ੍ਰੈਸ਼ਰ ਬ੍ਰੇਕ ਲੱਗੇ ਹੋਏ ਇਹਦੇ ਵਿੱਚ, ਪਿਛਲੇ 2 ਬ੍ਰੇਕ ਅਸੀਂ ਅੱਗੇ ਹਾਲੇ ਲਗਵਾਉਣੇ ਹੈ। ਤੇ ਇਹਦੇ ਜਿਹੜੇ ਵੀਲਸ ਹੈ ਉਹ ਬੁਲਟ ਮੋਟਰਸਾਈਕਲ ਦੇ ਹੈ, ਤੇ ਇਸ ਕਰਕੇ ਇਹਦੀ ਹਾਈਟ ਅੱਛੀ ਹੈ ਔਰ ਬੈਟਰੀਜ਼ ਔਰ ਗਰਾਊਂਡ ਦੀ ਕਲੀਅਰੈਂਸ ਬਹੁਤ ਅੱਛੀ ਹੈ ਔਰ ਇਹ ਸਮੂਥ ਰਨਿੰਗ ਬੜੀ ਹੈ ਇਹਦੀ। 40 ਕਿਲੋਮੀਟਰ ਤੱਕ, 40 ਕਿਲੋਮੀਟਰ ਪਰ ਆਵਰ ਤੱਕ ਚੱਲ ਸਕਦੀ ਹੈ, ਪਰ ਸ਼ਹਿਰ ਵਿੱਚ ਸਾਨੂੰ 20-25 ਕਿਲੋਮੀਟਰ ਤੋਂ ਜ਼ਿਆਦਾ ਵੈਸੇ ਹੀ ਨਹੀਂ ਗੱਡੀ ਚੱਲਦੀ, ਕੋਈ ਵੀ ਗੱਡੀ ਹੋਵੇ। ਤੇ ਇਹਦਾ ਵੇਟ ਤਕਰੀਬਨ 300 kg ਸਾਰਾ ਹੈ। ਇਹ ਹੱਥ ਨਾਲ ਹੀ ਮੈਂ ਅੱਗੇ ਪਿੱਛੇ ਕਰ ਲੈਂਦਾ, ਤੁਸੀਂ ਦੇਖਿਆ ਹੀ ਹੋਏਗਾ। ਤੇ ਇਹਨੂੰ ਚਾਰਜ ਜਦੋਂ ਕਰਨਾ ਹੁੰਦਾ ਵਾ, ਚਾਰਜ ਕਰਨ ਤੇ ਕਿੰਨਾ ਸਮਾਂ ਲੱਗਦਾ ਹੈ ਤੇ ਜਦੋਂ ਚਾਰਜ ਫੁੱਲ ਚਾਰਜ ਹੋ ਜਾਂਦਾ? ਅਸੀਂ ਕਿਸੇ ਵੇਲੇ ਵੀ ਲਗਾ ਸਕਦੇ ਹਾਂ, ਜੇ ਅੱਧੀ ਚਾਰਜ ਹੈ ਫਿਰ ਵੀ ਲਗਾ ਦੇ ਫੁੱਲ ਹੋ ਜਾਏਗੀ 4 ਘੰਟੇ 'ਚ, 2 ਘੰਟੇ 'ਚ, ਜਿੰਨਾ ਕੁ ਆਲਰੇਡੀ ਹੋਏਗਾ ਉਸ ਤੋਂ ਅੱਗੇ ਫੁੱਲ ਹੋ ਜਾਏਗਾ। ਉਹਦੇ ਵਿੱਚ ਨਿਸ਼ਾਨ ਹੈਗੇ, ਇਹ ਪਤਾ ਲੱਗ ਜਾਂਦਾ ਹੈ ਕਿ ਚਾਰਜ ਦੇ ਨਾਲੇ ਆਟੋ ਕੱਟ ਹੈ ਚਾਰਜ ਦੇ ਵਿੱਚ। ਜਦੋਂ ਪੂਰੀ ਚਾਰਜ ਹੋ ਜਾਏਗੀ ਆਪੇ ਆਟੋ ਕੱਟ ਹੋ ਜਾਏਗਾ, ਅਸੀਂ ਰਾਤ ਨੂੰ ਦੇਖਣ ਦੀ ਲੋੜ ਨਹੀਂ। ਵੈਸੇ ਨਾਰਮਲੀ ਪੂਰਾ ਚਾਰਜ ਕਰਨ ਵਾਸਤੇ ਰਾਤ ਨੂੰ ਲਗਾ ਦੇ ਤੇ ਉਹਨੂੰ ਆਟੋ ਕੱਟ ਚਾਰਜ ਹੋ ਕੇ ਜਦੋਂ ਪੂਰੀ ਹੋ ਜਾਏਗੀ ਆਟੋ ਕੱਟ ਆਪੇ ਹੋ ਜਾਏਗਾ, ਫਿਰ ਸਾਨੂੰ ਕੁਝ ਦੇਖਣ ਦੀ ਲੋੜ ਨਹੀਂ। ਕੁਛ ਦੇਰ ਬਾਅਦ 1-1.5-2 ਮਹੀਨੇ ਬਾਅਦ ਮੇਰਾ ਇਹ ਪਲਾਨ ਹੈ ਕਿ ਇਹਦੇ ਉੱਤੇ ਸੋਲਰ ਪੈਨਲ ਲਗਾਈ ਜਾਏ।
ਸੋਲਰ ਪੈਨਲ ਜਦੋਂ ਲੱਗ ਜਾਏਗੀ ਤੇ ਫਿਰ ਆਟੋਮੈਟਿਕ ਚਾਰਜਿੰਗ ਹੁੰਦੀ ਜਾਏਗੀ ਔਰ ਉਹਦੇ ਨਾਲ ਕੀ ਹੋਏਗਾ, ਤੁਸੀਂ ਕਿਤੇ ਵੀ ਗੱਡੀ ਲੈ ਜਾਓ, ਜਲੰਧਰ ਲੈ ਜਾਓ, ਕਪੂਰਥਲੇ ਲੈ ਜਾਓ, ਚੰਡੀਗੜ੍ਹ ਲੈ ਜਾਓ, ਚਲੇ ਜਾਏਗੀ, ਰੁਕੇਗੀ ਨਹੀਂ ਕਿਤੇ। ਸਿਰਫ ਇਹ ਹੈ ਕਿ ਇਹਦੀ ਸਪੀਡ 40 ਕਿਲੋਮੀਟਰ 45 ਕਿਲੋਮੀਟਰ ਤੋਂ ਜ਼ਿਆਦਾ ਨਹੀਂ ਹੋਏਗੀ। ਤੇ ਮੇਰਾ ਖਿਆਲ ਹੈ ਇਹ ਜਿਹੜਾ ਜ਼ਮਾਨਾ ਚੱਲ ਰਿਹਾ ਸਪੀਡ ਦਾ ਹੀ ਚੱਲ ਰਿਹਾ ਬਹੁਤ, ਇੱਕ ਦੂਸਰੇ ਦਾ ਰੈਟ ਰੇਸ ਹੈ ਇੱਕ ਤਰ੍ਹਾਂ ਦੀ। ਜਿਹੜੇ ਬੰਦੇ ਸਪੀਡ ਦੇ ਨਾਲ ਕੰਪੀਟੀਸ਼ਨ ਨਹੀਂ ਰੱਖਣਾ ਚਾਹੁੰਦੇ, ਬੜੇ ਆਰਾਮ ਨਾਲ ਚੱਲਣਾ ਚਾਹੁੰਦੇ ਆ, ਉਹ ਉਹਦੇ ਵਾਸਤੇ ਆਈਡੀਅਲ, ਸ਼ਹਿਰ ਵਾਸਤੇ ਤਾਂ ਖੈਰ ਬਹੁਤ ਆਈਡੀਅਲ ਹੈ ਹੀ ਹੈ। ਤੇ ਮੇਰਾ ਖਿਆਲ ਹੈ ਕਿ ਇਨ ਕਮਿੰਗ ਈਅਰਸ ਗੌਰਮੈਂਟ ਦਾ ਵੀ ਬਹੁਤ ਧਿਆਨ ਹੈ। ਚਾਈਨਾ 'ਚ ਬਹੁਤ ਗੱਡੀਆਂ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਹੋ ਗਈਆਂ, ਇਜ਼ਰਾਈਲ ਵਿੱਚ ਤਾਂ ਟੋਟਲ ਇਲੈਕਟ੍ਰਿਕ ਵਹੀਕਲਸ ਹੈ। ਸਾਡੇ ਮੁਲਕ 'ਚ ਵੀ ਇਸ ਤਰ੍ਹਾਂ ਦੀ ਇਲੈਕਟ੍ਰਿਕ ਵਹੀਕਲਸ ਹੋਣਗੀਆਂ ਔਰ ਜਿਹਦੇ ਨਾਲ ਸਾਨੂੰ ਪੋਲਿਊਸ਼ਨ ਫਰੀ ਹੋ ਜਾਣਗੇ ਸ਼ਹਿਰ, ਪਲੱਸ ਖਰਚਾ ਵੀ ਲੋਕਾਂ ਦਾ ਘੱਟ ਜਾਏਗਾ, ਪੈਟਰੋਲ ਦਾ ਵੱਧ ਜਾਏਗਾ, ਡੀਜ਼ਲ ਦਾ ਕੋਈ ਖਰਚਾ ਨਹੀਂ ਹੈ ਜੀ। ਔਰ ਸੇਫਟੀ ਇਸ ਦੀ ਇਸ ਕਰਕੇ ਜ਼ਿਆਦਾ ਹੈ ਕਿ ਹਲਕੀ ਗੱਡੀ ਹੈ, ਹੌਲੀ ਹੌਲੀ ਜਾਓ, ਆਰਾਮ ਨਾਲ, ਕੋਈ ਪ੍ਰੋਬਲਮ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਚਾਰਜ ਇਸ ਨੂੰ ਕਰਨਾ ਪੈਂਦਾ, ਚਾਰਜ ਹੋਣ ਤੋਂ ਬਾਅਦ ਦੇ ਵਿੱਚ ਕਿੰਨੇ ਕਿਲੋਮੀਟਰ ਇਹ ਚੱਲ ਸਕਦੀ ਹੈ? ਇਹ 180 ਤੋਂ 100 ਕਿਲੋਮੀਟਰ ਕਰ ਦਿੰਦੀ ਹੈ ਆਰਾਮ ਨਾਲ। ਇਸ ਦੇ ਵਿੱਚ ਕਿੰਨੇ ਜਾਣੇ ਜਿਹੜੇ ਆ ਉਹ ਬੈਠ ਸਕਦੇ ਆ ਈਜ਼ੀਲੀ? ਇਹ ਗੱਡੀ 2 ਡੋਰ ਹੈ ਜੀ, 4 ਸੀਟਰ ਹੈ ਜੀ, ਇਹ ਜਿਹੜੀ 4 ਸੀਟਰ ਹੈ ਇਹਦਾ ਜਿਹੜਾ ਫਸਟ ਸੀਟ ਨੂੰ ਇਸ ਤਰ੍ਹਾਂ ਫੋਲਡ ਕਰਕੇ ਜੀ, ਔਰ ਇਸ ਤਰ੍ਹਾਂ ਇਹਦੇ ਵਿੱਚੋਂ ਬੈਠ ਸਕਦੇ ਆ 2 ਬੰਦੇ ਪਿੱਛੇ। ਸ਼ਹਿਰ 'ਚ ਤੁਸੀਂ 15 ਮਿੰਟ ਚਲਾ ਲਓਗੇ, 20 ਮਿੰਟ ਚਲੇ ਜਾਓ, ਤੁਹਾਡੇ ਡੈਸਟੀਨੇਸ਼ਨ ਆ ਜਾਂਦਾ ਹੈ ਤੇ ਕੋਈ ਪ੍ਰੋਬਲਮ ਨਹੀਂ ਹੈ। ਤੇ ਇਹ ਫਿਰ ਉਹ ਤੁਸੀਂ ਉੱਠੋਗੇ ਤਾਂ ਫਿਰ ਇਹਨੂੰ ਕਰ ਦਿਓਗੇ ਤੇ ਬੰਦ ਹੋ ਗਿਆ, ਹੋਰ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਇਹ ਇਸ ਨੂੰ ਹੈਂਡ ਬ੍ਰੇਕ ਵੀ ਹੈ ਇਹਦੇ ਵਿੱਚ, ਹੈਂਡ ਬ੍ਰੇਕ ਵੀ ਹੈ, ਕਿਤੇ ਸਲੋਪ ਤੇ ਹੋਵੇ ਜਾਂ ਕਿਤੇ ਪ੍ਰੋਬਲਮ ਆਵੇ ਤੇ ਹੈਂਡ ਬ੍ਰੇਕ ਵੀ ਇਹਦਾ ਹੈ, ਇਫੈਕਟਿਵ ਹੈ ਪੂਰਾ। ਹੈਂਡ ਬ੍ਰੇਕ ਖਿੱਚ ਦਿਓਗੇ ਤਾਂ ਨਹੀਂ ਅੱਗੇ ਹਿੱਲੇਗੀ ਨਹੀਂ ਗੱਡੀ। ਤੇ ਇਸ ਦੀ ਜਿਹੜੀ ਬੈਟਰੀ ਆ, ਕਿੰਨੀਆਂ ਬੈਟਰੀਆਂ ਇਸ ਦੇ ਵਿੱਚ ਲਗਾਈਆਂ ਗਈਆਂ? ਇਹਦੇ ਵਿੱਚ 12 ਵੋਲਟ ਦੀਆਂ 4 ਬੈਟਰੀਆਂ 48 ਵੋਲਟ ਤੇ ਚੱਲਦੀ ਹੈ। ਆ ਬਾਹਰ ਇੱਥੇ ਇਹਦਾ ਨਿਸ਼ਾਨ ਲਗਾਇਆ ਹੋਇਆ ਕਿ 48 ਕਾਰ 48 ਵਾਟ। ਤੇ ਇਹ 1.5 ਸਾਲ ਮਿਨੀਮਮ ਚੱਲੇਗੀ, 1 ਤੋਂ 1.5 ਸਾਲ, ਹੋ ਸਕਦਾ ਮੇਰੇ ਤੋਂ ਜ਼ਿਆਦਾ ਚੱਲੇ ਕਿਉਂਕਿ ਮੈਂ ਬਹੁਤ ਥੋੜ੍ਹੀ ਚਲਾਣੀ ਹੈ ਸ਼ਹਿਰ 'ਚ। ਇਹ ਕੋਈ ਕਮਰਸ਼ੀਅਲ ਐਂਗਲ ਨਾਲ ਨਹੀਂ ਬਣਾਈ। ਜਿਹੜੀ ਕਮਰਸ਼ੀਅਲ ਦੀ ਜਿਹੜੀ ਇਲੈਕਟ੍ਰਿਕ ਰਿਕਸ਼ਾ ਹੈ ਉਹ ਸਾਲ ਚੱਲਦੀਆਂ ਤੇ ਉਹ ਸਾਰਾ ਦਿਨ ਚਲਾਉਂਦੇ ਆ। ਉਸ ਹਿਸਾਬ ਨਾਲ ਮੈਨੂੰ ਲੱਗਦਾ ਕਿ 1.5 ਸਾਲ ਤਾਂ ਮਿਨੀਮਮ ਕਰੇਗੀ। ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਇੱਕ ਗੱਡੀ ਇਸ ਤਰ੍ਹਾਂ ਦੀ ਬਣਾਈ ਜਾਵੇ? ਮੇਰੇ ਮਨ 'ਚ ਇਹ ਆਇਆ ਕਿ ਪੈਟਰੋਲ ਬੜਾ ਮਹਿੰਗਾ ਹੈ, ਟ੍ਰੈਫਿਕ ਵੀ ਬੜੀ ਹੈ ਔਰ ਪੋਲਿਊਸ਼ਨ ਵੀ ਬੜਾ ਹੈ। ਤੇ ਸੋਚਦਾ ਸੀ ਮੈਂ, ਗਵਰਨਮੈਂਟ ਵੀ ਸੋਚਦੀ ਹੈ, ਹੋਰ ਵੀ ਲੋਕ ਅਕਸਰ ਗੱਲ ਕਰਦੇ ਆ, ਇਸ ਦਾ ਬੜਾ ਚਰਚਾ ਹੁੰਦਾ ਹੈ ਪੋਲਿਊਸ਼ਨ ਦਾ, এনवायरमेंट ਦਾ। ਤੇ ਮੈਂ ਸੋਚਦਾ ਸੀ ਤੇ ਫਿਰ ਮੈਂ ਕਈ ਵਾਰ ਈ ਰਿਕਸ਼ਾ ਵਾਲਿਆਂ ਨਾਲ ਬਹੁਤ ਗੱਲਬਾਤ ਕਰਦਾ ਰਿਹਾ ਡਿਊਰਿੰਗ ਦੀ ਪੀਰੀਅਡ ਜਦੋਂ ਮੈਂ ਇਹਨੂੰ ਕਰਨਾ ਸੀ। ਉਸ ਤੋਂ ਪਹਿਲਾਂ ਜਿੱਥੇ ਵੀ ਈ ਰਿਕਸ਼ਾ ਦਾ ਬੰਦਾ ਕੋਈ ਖੜਾ ਹੁੰਦਾ ਸੀ, ਮੈਂ ਉਹਨੂੰ ਪੁੱਛਦਾ ਸੀ ਇਹ ਕਿਸ ਤਰ੍ਹਾਂ ਚੱਲਦੀ ਹੈ, ਕਿੰਨੇ ਚਾਰਜ ਹੁੰਦਾ ਹੈ, ਕਿੰਨੇ ਪੈਸੇ ਲੱਗੇ ਤੁਹਾਡੇ ਗੱਡੀ ਦੇ, ਕਿੰਨੇ ਬੰਦੇ ਬਿਠਾ ਸਕਦੇ ਹੋ। ਸਾਰੇ ਸਵਾਲ ਮੈਂ ਹਰ ਇੱਕ ਤੋਂ ਪੁੱਛਦਾ ਤਕਰੀਬਨ, ਕਾਫੀ 5-7-10 ਬੰਦਿਆਂ ਤੋਂ ਪੁੱਛਿਆ ਮੈਂ। ਉਹ ਕਹਿੰਦੇ ਜੀ ਤੁਹਾਨੂੰ ਅਸੀਂ ਪੁਰਾਣੀ ਗੱਡੀ ਲੈ ਦਿਆਂਗੇ, ਤੁਸੀਂ ਉਹਨੂੰ ਕਨਵਰਟ ਕਰ ਲਿਓ। ਫਿਰ ਮੈਂ ਸੋਚਿਆ ਨਹੀਂ, ਪੁਰਾਣੀ ਗੱਡੀ ਲੈ ਲਾਂਗਾ, ਉਹ ਫਿਰ ਵੀ ਮੋਟਰਸਾਈਕਲ ਵਾਂਗੂ ਸਕੂਟਰ ਹੈਂਡਲ ਹੋਏਗਾ, ਸਟੀਅਰਿੰਗ ਇਸ ਤਰ੍ਹਾਂ ਦਾ ਕਾਰ ਵਾਂਗੂ ਨਹੀਂ ਹੋਗਾ, ਤੇ ਕਿਉਂ ਨਾ ਕਾਰ ਹੀ ਬਣਾਈ ਜਾਵੇ। ਇੱਕ ਟੈਕਨੋਲੋਜੀ ਉਹੀ ਹੈ ਬੈਟਰੀਆਂ ਦੀ ਹੀ, ਜਿਹੜੀਆਂ ਕਿ ਈ ਰਿਕਸ਼ਾ 'ਚ ਹੈ। ਤੇ ਉਹ ਫਿਰ ਮੈਂ ਦੱਸਿਆ ਤੁਹਾਨੂੰ ਕਿ ਉਹ ਦਲਜੀਤ ਸਿੰਘ ਭੋਲਾ ਖਾਲਸਾ ਗੈਰੇਜ, ਉਹਦਾ ਉੱਥੇ ਲਿਖਿਆ ਹੋਇਆ, ਬਾਹਰ ਐਂਬਲਮ ਵੀ ਲੱਗਿਆ ਹੋਇਆ। ਉਸ ਨਾਲ ਮੈਂ ਗੱਲ ਕੀਤੀ, ਉਹਦਾ ਮੈਨੂੰ ਪਤਾ ਸੀ ਕਿ ਉਹ ਬਹੁਤ ਇਨੋਵੇਟਿਵ ਮਾਈਂਡ ਹੈ ਔਰ ਜੋ ਵੀ ਉਹਨੂੰ ਤੁਸੀਂ ਕਿਸ ਤਰ੍ਹਾਂ ਦੀ ਗੱਡੀ, ਡੈਮੇਜ ਗੱਡੀ ਲਿਆ ਕੇ ਰੱਖ ਦਿਓ ਤਾਂ ਨਵੀਂ ਬਣਾ ਦੇਗਾ, ਤੁਸੀਂ ਪਤਾ ਹੀ ਨਹੀਂ ਕਰੋਗੇ ਕਿ ਸ਼ੋਰੂਮ 'ਚੋਂ ਨਿਕਲੀ ਹੈ। ਉਹਦੀ ਇਨੋਵੇਟਿਵ ਮਾਈਂਡ ਹੈ। ਮੈਂ ਉਹਦੇ ਨਾਲ ਗੱਲ ਕੀਤੀ, ਮੈਂ ਕਿਹਾ ਭੋਲੇ ਬਈ ਇਹ ਗੱਡੀ ਬਣਾਉਣੀ ਹੈ ਇਸ ਤਰ੍ਹਾਂ। ਉਹ ਕਹਿੰਦਾ ਜੀ ਬਣ ਜੂਗੀ, ਕੋਈ ਗੱਲ ਨਹੀਂ ਹੈ।
ਤੇ ਫਿਰ ਮੈਂ ਡਿਸਾਈਡ ਕਰ ਲਿਆ, ਵਾਈਫ ਨਾਲ ਗੱਲ ਕੀਤੀ, ਵਾਈਫ ਕਹਿੰਦੀ ਠੀਕ ਹੈ, ਤੁਸੀਂ ਜਿਹੜੇ ਪੈਸੇ ਲੱਗਦੇ ਲਾਓ, ਆਪਣਾ ਸ਼ੌਕ ਪੂਰਾ ਕਰ ਲਓ। ਤੇ ਅਸੀਂ ਕੋਈ ਕਮਰਸ਼ੀਅਲ ਐਂਗਲ ਨਾਲ ਨਹੀਂ ਬਣਾਈ, ਮੈਂ ਆਪਣੇ ਵਾਸਤੇ ਬਣਾਈ ਹੈ। ਮੈਨੂੰ ਬਹੁਤ ਸਾਰੇ ਬੰਦੇ ਕਹਿੰਦੇ ਜੀ ਤੁਸੀਂ ਯੂਨਿਟ ਲਗਵਾ ਲਓ, ਇੱਥੇ ਲੱਗ ਜਾਵੇ, ਇਹ ਲੱਗ ਜੇ, ਇਹ ਗਵਰਨਮੈਂਟ ਦਾ ਹੈ ਜਾਂ ਕੋਈ ਐਂਟਰਪ੍ਰੇਨਰ ਵੱਡਾ ਬੰਦਾ ਹੋਵੇ ਤਾਂ ਅੰਮ੍ਰਿਤਸਰ 'ਚ ਲਗਾ ਸਕਦਾ ਹੈ ਇਸ ਤਰ੍ਹਾਂ ਦੀ ਗੱਡੀ ਨੂੰ। ਟੈਕਨੋਲੋਜੀ ਸਾਡੇ ਕੋਲ ਇੱਥੇ ਬਿਲਕੁਲ ਹੈਗੀ ਹੈ ਜੀ। ਇੱਥੇ ਗਲੋਬਲ ਇੰਸਟੀਚਿਊਟ ਹੈ ਟੈਕਨੀਕਲ ਦੀ, ਉੱਥੇ ਵੀ ਇੱਕ ਦੋ ਪ੍ਰੋਫੈਸਰ ਹੈਗੇ, ਮਕੈਨੀਕਲ ਦੇ ਵੀ ਹੈ, ਔਰ ਇਹਦੇ ਕਾਰਾਂ ਦੇ ਡਿਜ਼ਾਈਨ ਦੇ ਵੀ ਬੰਦੇ ਹੈ ਜਿਹੜੇ ਮਾਰੂਤੀ 'ਚ ਬਹੁਤ ਸਾਲ ਕੰਮ ਕੀਤਾ, ਉਹਨਾਂ ਦੀ ਹੈਲਪ ਲਿੱਤੀ ਜਾ ਸਕਦੀ ਹੈ। ਕੋਈ ਵੱਡੀ ਗੱਲ ਨਹੀਂ ਹੈ। ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ, ਅੱਜ ਵੀ ਕਹਾਂਗਾ ਕਿ 50 ਸਾਲ ਪਹਿਲਾਂ ਆਦਮੀ ਮੂਨ 'ਤੇ ਲੈਂਡ ਕਰ ਗਿਆ, 50 ਸਾਲ ਪਹਿਲਾਂ, 49 ਐਗਜ਼ੈਕਟਲੀ, 20 ਜੁਲਾਈ 1969 ਉਹ ਆਦਮੀ ਲੈਂਡ ਕਰ ਗਿਆ, ਫਿਰ ਉਤਰ ਕੇ ਉੱਥੋਂ ਸੇਫਲੀ ਜ਼ਮੀਨ 'ਤੇ ਆ ਗਿਆ। ਅਤੇ ਉਸ ਤੋਂ ਬਾਅਦ ਅੱਗੇ ਪਿੱਛੇ ਤੁਸੀਂ ਦੇਖ ਰਹੇ ਹੋ ਕਿ ਆਦਮੀ ਨੇ ਲੋਹਾ ਹਵਾ 'ਚ ਸੁੱਟ ਦਿੱਤਾ ਤੇ ਉਹ ਉੱਡਦਾ, ਤੇ ਇੱਕ ਸੂਈ ਸੁੱਟੋ ਤਾਂ ਗਿਰ ਜਾਂਦੀ ਹੈ। ਤੇ ਉਹ ਇੱਕ ਆਦਮੀ ਦੀ ਬ੍ਰੇਨ ਦੀ ਕਾਢ ਹੈ, ਬ੍ਰੇਨ ਉਹਦਾ ਡਿਵੈਲਪ ਹੋਇਆ। ਮੇਰਾ ਕਹਿਣ ਦਾ ਮਤਲਬ ਹੈ, ਜਿਹੜਾ ਮੈਂ ਦੱਸਿਆ ਹੈ ਕਿ ਲੋਹਾ ਹਵਾ 'ਚ ਉੱਡਦਾ, ਮੇਰਾ ਮਤਲਬ ਕਿ ਹਵਾਈ ਜਹਾਜ਼ ਜਿਹੜਾ ਕਿ ਵਜ਼ਨ 150-200 ਟਨ ਵੇਟ ਹੁੰਦਾ, ਲੇਕਿਨ ਉਹ ਉੱਡਦਾ ਹਵਾ ਦੇ ਵਿੱਚ, ਉਹ ਆਦਮੀ ਉਡਾਉਂਦਾ, ਬੰਦੇ ਦੇ ਦਿਮਾਗ ਦੀ ਹੈ। ਇਹ ਤਾਂ ਜ਼ਮੀਨ 'ਤੇ ਹੈ, ਜ਼ਮੀਨ 'ਤੇ ਤਾਂ ਕੋਈ ਪ੍ਰੋਬਲਮ ਹੈ ਹੀ ਨਹੀਂ, ਜਦੋਂ ਮਰਜ਼ੀ ਚਲਾ ਲਓ। ਮੈਂ ਕੈਨੇਡਾ 'ਚ ਦੇਖਿਆ, ਜਹਾਜ਼ ਆਇਆ, ਲੇਕ ਦੇ ਉੱਤੇ ਉਤਰ ਗਿਆ ਪਾਣੀ 'ਚ, ਥੋੜ੍ਹੀ ਦੇਰ ਚੱਲਦਾ ਰਿਹਾ, ਫਿਰ ਉੜ ਕੇ ਉੱਥੋਂ ਫਿਰ ਚਲਾ ਗਿਆ ਅੱਗੇ। ਅਤੇ ਉਹਨਾਂ ਲੋਕਾਂ ਦਾ ਇਸ ਤਰ੍ਹਾਂ ਦੀ ਟੈਕਨੋਲੋਜੀ ਹੈ। ਸਾਨੂੰ ਵੀ ਇਸ ਤਰ੍ਹਾਂ ਦੀਆਂ ਗੱਲਾਂ ਸੋਚਣਾ, ਸਾਇੰਟੀਫਿਕ ਮਾਈਂਡ ਬਹੁਤ ਹੋਣਾ ਚਾਹੀਦਾ। ਹਾਂਜੀ, ਸਾਡਾ ਸਾਇੰਟੀਫਿਕ ਮਾਈਂਡ ਘੱਟ ਹੈਗਾ ਹਿੰਦੁਸਤਾਨ 'ਚ, ਅਤੇ ਇਹ ਹੋਣਾ ਚਾਹੀਦਾ। ਇਹ ਹੋਏਗਾ ਜਦੋਂ ਤਾਂ ਫਿਰ ਲੋਕਾਂ ਨੂੰ ਪਤਾ ਲੱਗੇਗਾ। ਹੁਣ TV ਦੇਖਦੇ ਹਾਂ ਅਸੀਂ, ਉਹ ਮੈਚਿਸ ਦੇਖਦੇ ਹਾਂ, ਕਦੀ ਨਹੀਂ ਸੋਚਦੇ ਵੀ ਕਿਸ ਨੇ ਬਣਾਇਆ, ਇਹ ਕਿਸ ਤਰ੍ਹਾਂ ਫੋਟੋ ਆ ਗਈ। ਉਹ 'ਤੇ ਮੈਚ ਹੋ ਰਿਹਾ ਸਾਊਥ ਅਫਰੀਕਾ 'ਚ, ਇੱਥੇ ਮੈਚ ਦੇਖ ਰਹੇ ਹਾਂ, ਕਿਸ ਤਰ੍ਹਾਂ ਦੇਖ ਰਹੇ, ਕਮਾਲ ਹੋ ਗਿਆ। ਇਹ ਸਾਇੰਸ ਨੇ ਕੀਤਾ ਸਾਰਾ। ਤੁਹਾਡੇ ਕੋਲ ਮੋਬਾਈਲ ਹੈ, ਮੋਬਾਈਲ 'ਚ ਸਾਰਾ ਕੁਝ ਦੁਨੀਆ ਦਾ ਇਹਦੇ ਵਿੱਚ ਹੈ, ਕੰਪਿਊਟਰ 'ਤੇ ਜਾਣ ਦੀ ਲੋੜ ਹੀ ਨਹੀਂ, ਇਹਦੇ ਵਿੱਚ ਹੀ ਤੁਸੀਂ ਵਰਕ ਕਰ ਸਕਦੇ ਹੋ, ਮੈਸੇਜ ਦੇ ਸਕਦੇ ਹੋ, ਦੇਖ ਸਕਦੇ ਹੋ ਕੀ ਖਬਰਾਂ ਆਇਆ, ਕੀ ਹੈ, ਸਭ ਕੁਝ। ਤਾਂ ਮੇਰਾ ਕਹਿੰਦਾ ਇਹ ਕੋਈ ਵੱਡੀ ਟੈਕਨੋਲੋਜੀ ਮੈਂ ਨਹੀਂ ਸਮਝਦਾ ਹੈ ਕਿ ਉਹ ਕੀਤੀ ਹੈ। ਇਹ ਆਰਡੀਨਰੀ ਟੈਕਨੋਲੋਜੀ ਹੈ, ਸਿੰਪਲ ਰਾਦਰ ਟੈਕਨੋਲੋਜੀ ਹੈ, ਕੋਈ ਵੀ ਇਸ ਨੂੰ ਕਰ ਸਕਦਾ। ਅਤੇ ਜੇ ਕੋਈ ਸੋਚ ਰੱਖਦਾ ਹੋਏਗਾ, ਗਵਰਨਮੈਂਟ ਸੋਚੇਗੀ, ਪੰਜਾਬ ਗਵਰਨਮੈਂਟ ਸੋਚੇ ਜਾਂ ਸੈਂਟਰ ਗਵਰਨਮੈਂਟ ਸੋਚੇ, ਤਾਂ ਪੰਜਾਬ ਵਿੱਚ ਕੋਈ ਅੱਛਾ ਆਟੋਮੋਬਾਈਲ ਦਾ ਕੋਈ ਯੂਨਿਟ ਨਹੀਂ ਲੱਗਿਆ ਹੋਇਆ, ਇਹ ਲੱਗ ਜਾਣਾ ਚਾਹੀਦਾ ਹੈ। ਮੈਂ ਪ੍ਰੈਫਰੇਬਲੀ ਮੈਂ ਕਹਾਂਗਾ ਅੰਮ੍ਰਿਤਸਰ 'ਚ ਹੀ ਲੱਗਣਾ ਚਾਹੀਦਾ। ਅਤੇ ਜੇ ਲੱਗ ਜਾਏਗਾ ਤਾਂ ਇਸ ਨੂੰ ਅਸੀਂ ਇਹ ਕਾਰ ਨੂੰ ਬਹੁਤ ਅੱਛਾ ਹੋਰ ਡਿਵੈਲਪ ਕਰ ਲਵਾਂਗੇ। ਅਤੇ ਤੁਸੀਂ ਪਹਿਲਾਂ ਜੌਬ ਕਰਦੇ ਰਹੇ, ਕਿੱਥੇ ਜੌਬ ਕੀਤੀ, ਕਿਹੜੇ ਮੇਨ ਤੁਹਾਡਾ ਅਹੁਦਾ ਕੀ ਸੀ ਉੱਥੇ? ਮੈਂ ਰੇਲਵੇ 'ਚ ਸਿਵਲ ਇੰਜੀਨੀਅਰ ਸੀ, ਸੀਨੀਅਰ ਸਿਵਲ ਇੰਜੀਨੀਅਰ, ਰਿਟਾਇਰ ਹੋਇਆ। ਮੈਨੂੰ 23 ਸਾਲ ਹੋ ਗਏ ਰਿਟਾਇਰ ਹੋਇਆ ਨੂੰ, ਅਤੇ ਇੱਥੋਂ ਹੀ ਰਿਟਾਇਰ ਹੋਇਆ ਅੰਮ੍ਰਿਤਸਰ ਤੋਂ। ਅਤੇ 81 ਸਾਲ ਦੀ ਉਮਰ ਹੈ ਮੇਰੀ, 81। ਅਤੇ ਮੈਂ ਹਮੇਸ਼ਾ ਥੋੜ੍ਹਾ ਜਿਹਾ ਮੇਰਾ ਸਾਇੰਟੀਫਿਕ ਮਾਈਂਡ ਹੈ, ਸਾਇੰਟੀਫਿਕ ਅਪਰੋਚ ਰਹਿੰਦੀ ਹੈ ਹਰ ਚੀਜ਼ 'ਚ। ਮੈਂ ਹਰ ਚੀਜ਼ ਨੂੰ ਦੇਖਣਾ ਚਾਹੁੰਦਾ ਵੀ ਇਹ ਸੱਚ ਕੀ ਹੈ, ਸੱਚ ਕੀ ਨਹੀਂ ਹੈ। ਇਹਦੀਆਂ ਲਾਈਟਾਂ ਜਿਹੜੀਆਂ ਆ, ਲਾਈਟਾਂ ਕਿਹੜੀਆਂ ਇਹਦੇ 'ਤੇ ਲਾਈਟਾਂ ਜਿਹੜੀਆਂ ਲਗਾਈਆਂ ਆ ਅੱਗੇ, ਉਹ ਕਿਹੜੀਆਂ ਲਗਾਈਆਂ ਗਈਆਂ ਆ? ਇਹਦੇ 'ਚ ਲਾਈਟਾਂ ਜਿਹੜੀਆਂ ਤੁਸੀਂ ਦੇਖੀਆਂ, ਮੈਂ ਚਲਾ ਕੇ ਦਿਖਾਇਆ ਸੀ, ਲਾਈਟਾਂ ਬਹੁਤ ਅੱਛੀ ਲਾਈਟਸ ਹੈ, ਤੁਸੀਂ ਰਾਤ ਦਿਨ ਵੇਲੇ ਦੇਖਿਆ। ਅਤੇ ਜੇ ਬਿਲਕੁਲ ਲਾਈਟਾਂ ਜਿਹੜੀਆਂ ਆ ਉਹ ਦੇਖ ਸਕਦੇ ਤੁਸੀਂ ਕਿ ਹਾਂ, ਇਹ ਲਾਈਟਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ। LED ਲਾਈਟਸ ਜਿਹੜੀਆਂ ਉਹ ਲਗਾਈਆਂ ਗਈਆਂ ਆ। ਕਲਰ ਦੀ ਗੱਲ ਕੀਤੀ ਜਾਵੇ ਤਾਂ ਕਲਰ ਬਹੁਤ ਅੱਛਾ ਆ, ਬਹੁਤ ਹੀ ਪਿਆਰਾ ਕਲਰ ਹੈ। ਕਲਰ ਕਿਸ ਤਰ੍ਹਾਂ ਡਿਸਾਈਡ ਕੀਤਾ? ਬਹੁਤ ਹੀ ਪਿਆਰਾ ਜਿਹੜਾ ਕਲਰ ਆ, ਇੱਕਦਮ ਜਿਹੜਾ ਹੈ ਉਹ ਅਟਰੈਕਟ ਕਰਦਾ ਆ ਕਿਸੇ ਨੂੰ ਵੀ। ਇਹ ਕਲਰ ਅਸੀਂ ਘਰ 'ਚ ਬੈਠ ਕੇ ਬਹੁਤ ਡਿਸਕਸ ਕਰਦੇ ਸੀ, ਬੱਚਿਆਂ ਨਾਲ ਵੀ, ਵਾਈਫ ਨਾਲ ਵੀ, ਹੋਰ ਵੀ ਕਿਹੜਾ ਕਲਰ ਕਰੀਏ, ਕਿਉਂਕਿ ਇੱਕ ਵਾਰ ਕਰਤਾ ਤਾਂ ਕਰ ਦਿੱਤਾ। ਫਿਰ ਸਾਰਿਆਂ ਨੇ ਇਹ ਸੋਚਿਆ, ਮੈਨੂੰ ਸਲਾਹ ਦਿੱਤੀ, ਮੈਂ ਵੀ ਐਗਰੀ ਕਰ ਗਿਆ, ਮੈਨੂੰ ਵੀ ਅੱਛਾ ਲੱਗਿਆ ਕਿ ਬਲੂ ਕਰੋ ਅਤੇ ਆਹ ਸਿਲਵਰ ਕਰ ਦਿਓ ਸਾਈਡ 'ਤੇ। ਇਹ ਸਾਈਡ ਸਿਲਵਰ ਕਰ ਦਿੱਤਾ ਅਤੇ ਇਹ ਬਲੂ ਕਰ ਦਿੱਤਾ, ਉੱਪਰੋਂ ਫਿਰ ਵਾਈਟ ਕਰ ਦਿੱਤਾ। ਹੁਣ ਇਹਦੇ ਜਿਹੜੇ ਇੱਥੇ ਕਰਟਨਸ ਲਗਵਾਉਣੇ ਆ, ਕਰਟਨਸ, ਉਹ ਕਰਟਨ ਜਿਸ ਤਰ੍ਹਾਂ ਕਿ ਘਰਾਂ ਦੇ ਵਿੱਚ ਕਰਟਨ ਲੱਗੇ ਹੁੰਦੇ ਆ, ਉਹ ਇਸ ਤਰ੍ਹਾਂ ਦੇ ਹੋਣਗੇ ਸਲਾਈਡਿੰਗ, ਉਹ ਅੱਗੇ ਪਿੱਛੇ ਜਦੋਂ ਮਰਜ਼ੀ ਕਰ ਲਵੋ।
ਹੈ ਜਦੋਂ ਜ਼ਿਆਦਾ ਧੁੱਪ ਹੋਵੇ ਜਾਂ ਤੁਸੀਂ ਸੋਚੋ ਕਿ ਕੋਈ ਮਿੱਟੀ ਨਾ ਆਵੇ ਤਾਂ ਉਹਨੂੰ ਕਵਰ ਕਰ ਲਓ, ਨਹੀਂ ਤਾਂ ਉਹਨੂੰ ਖੋਲ ਕੇ ਰੱਖ ਸਕਦੇ ਹੋ। ਉਹ ਮੈਂ ਹੁਣੇ ਲਗਵਾ ਲਾਂਗਾ, 2-4-5 ਦਿਨ ਤੱਕ ਇਹ ਕੰਮ ਖਤਮ ਹੋ ਜਾਏਗਾ। ਹੋਰ ਇਹ 'ਚ ਕੋਈ ਪ੍ਰੋਬਲਮ ਅੱਜ ਕੱਲ ਜਿਹੜੀਆਂ ਗੱਡੀਆਂ ਆਉਂਦੀਆਂ ਆ, ਹਾਰਨ ਜਿਹੜੇ ਆ ਉਹ ਬਹੁਤ ਜ਼ਬਰਦਸਤ ਲਗਾਏ ਹੁੰਦੇ ਆ, ਜਿਹੜੇ ਕਿ ਇੱਕ ਪੋਲਿਊਸ਼ਨ ਦਾ ਵੱਡਾ ਕਾਰਨ ਆ। ਇਹ ਦੋ ਚੀਜ਼ਾਂ ਦਾ ਪੋਲਿਊਸ਼ਨ ਮੈਂ ਸਮਝਦਾ ਕਿ ਖਤਮ ਕਰਦੀ, ਇੱਕ ਨੋਇਸ ਦਾ ਤੇ ਇੱਕ 에ਅਰ ਦਾ। ਆਹ ਵਾਲਾ ਜਿਹੜਾ ਇਸ ਦੇ ਉੱਤੇ ਲਗਾਇਆ ਗਿਆ ਆ ਹਾਰਨ, ਇਹ ਵੀ ਇੱਕ ਸਿੰਪਲ ਤੇ ਜਿਹੜਾ ਪੋਲਿਊਸ਼ਨ ਜ਼ਿਆਦਾ ਨਹੀਂ ਕਰਦਾ। ਇਹ ਪੋਲਿਊਸ਼ਨ ਕਰਦਾ ਹੀ ਨਹੀਂ, ਜ਼ਿਆਦਾ ਨਹੀਂ, ਇਹ ਕਰਦਾ ਹੀ ਨਹੀਂ ਪੋਲਿਊਸ਼ਨ। ਇਹਦੀ ਕੀ ਪੋਲਿਊਸ਼ਨ ਕੋਈ ਹਵਾ ਹਾਂ ਇਹ ਕਿਤੇ ਕਿਤੇ ਜਿਹੜਾ ਆ ਇਹ ਹਾਰਨ ਜਿਹੜਾ ਆ ਉਹ ਲਗਾਇਆ ਗਿਆ ਆ, ਜਿਸ ਦੀ ਆਵਾਜ਼ ਜਿਹੜੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ। ਇੱਕ ਆਪਣੀ ਕਿਸਮ ਦਾ ਜਿਹੜਾ ਆ ਇਹ ਵੱਖਰਾ ਹੀ ਆ, ਸਾਰਾ ਕੁਝ ਜਿਹੜਾ ਇਸ ਗੱਡੀ ਦੇ ਉੱਤੇ ਲਗਾਇਆ ਗਿਆ, ਤਿਆਰ ਕੀਤੀ ਗਈ ਹੈ। ਇਹ ਜਿਸ ਤਰ੍ਹਾਂ ਸਰ ਹੁੰਦਾ ਹੈ ਕਿ ਕੋਈ ਵੀ ਗੱਡੀ ਆਪਾਂ ਲੈਂਦੇ ਹਾਂ ਤੇ ਪੇਪਰ ਬਣਾਉਣੇ ਪੈਂਦੇ ਆ, ਇਸ ਤਰ੍ਹਾਂ ਦੀ ਕੋਈ ਇਸ ਦੇ ਉੱਤੇ ਵੀ ਹੈਗੀ ਹੈ ਰਿਸਟ੍ਰਿਕਸ਼ਨ ਕਿ ਜੇਕਰ ਤੁਸੀਂ ਇਹਨੂੰ ਚਲਾਉਣਾ ਵਾ ਤਾਂ ਬਾਹਰ ਕੋਈ ਰੋਕ ਨਾ ਲਵੇ, ਪੁਲਿਸ ਜਿਹੜੀ ਆ ਉਹ ਇਹਦੇ ਪੇਪਰ ਪੁੱਛੇ, ਇਸ ਤਰ੍ਹਾਂ ਦਾ ਕੁਝ? ਵਾਲੇ ਮੈਨੂੰ ਕਾਫੀ ਰੋਕਦੇ ਆ ਜੀ, ਲੇਕਿਨ ਇਸ ਕਰਕੇ ਨਹੀਂ ਰੋਕਦੇ ਕਿ ਪੇਪਰ ਦਿਖਾਓ, ਉਹ ਇਸ ਵਾਸਤੇ ਰੋਕਦੇ ਆ ਕਿ ਜੀ ਸਾਡੀ ਸੈਲਫੀ ਇਹਦੇ ਵਿੱਚ ਕਰਵਾ ਦਿਓ, ਸਾਨੂੰ ਬਿਠਾ ਕੇ ਕਰਾ ਦਿਓ, ਸਾਈਡ ਤੇ ਕਰਾ ਦਿਓ, ਹੈ ਉਹ ਫਿਰ ਇਸ ਕਰਕੇ ਰੋਕਦੇ ਆ। ਤਾਂ ਮੈਨੂੰ ਕਿਸੇ ਨੇ ਪੇਪਰ ਦਾ ਪੁੱਛਿਆ ਨਹੀਂ ਤੇ ਮੈਂ ਇਸ ਵਾਸਤੇ ਹਾਲੇ ਪੇਪਰ ਕੋਈ ਬਣਾਏ ਵੀ ਨਹੀਂ, ਨਾ ਆਰਟੀਓ ਨੂੰ ਮਿਲਿਆ ਹੀ ਹੈ। ਲੇਕਿਨ ਮੇਰਾ ਇਹ ਖਿਆਲ ਹੈ ਕਿਉਂਕਿ ਇਹ ਟੈਕਨੋਲੋਜੀ ਈ ਰਿਕਸ਼ਾ ਵਾਲੀ ਹੈ, ਜਿਨ੍ਹਾਂ ਦਾ ਕੋਈ ਨੰਬਰ ਨਹੀਂ ਹੈ, ਜਿਨ੍ਹਾਂ ਕੋਲ ਕੋਈ ਆਰਸੀ ਨਹੀਂ ਹੈ, ਨੰਬਰ ਤੋਂ ਬਗੈਰ ਈਸੀ ਚੱਲ ਰਹੀਆਂ। ਅਗਰ ਆਰਟੀਓ ਕਹਿਣਗੇ, ਮੈਂ ਉਹਨਾਂ ਨੂੰ ਅਪਰੋਚ ਕਰਨਾ, ਉਹ ਅਗਰ ਕਹਿਣਗੇ ਤੇ ਇੱਕ ਮੈਨੂੰ ਸਰਟੀਫਿਕੇਟ ਦੇ ਦੇਣਗੇ ਜਾਂ ਬਣਾਉਣਗੇ, ਕੋਈ ਨੰਬਰ ਦੇਣਾ ਤਾਂ ਵੀ ਮੈਂ ਨੰਬਰ ਲੈ ਲਾਂਗਾ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਲੇਕਿਨ ਅਗਰ ਕੋਈ ਨਾ ਨੰਬਰ ਦਿੱਤਾ ਤਾਂ ਮੈਂ 4 0 ਲਗਾ ਦੇਣੀ ਹੈ ਇਹਦੇ ਵਿੱਚ ਪਲੇਟ, 40 ਦੀ ਅੱਗੇ 4040। ਹਾਂਜੀ, ਉਹ ਕਿਸ ਤਰ੍ਹਾਂ ਦਾ ਡਿਜ਼ਾਈਨ ਤੁਸੀਂ ਮੈਨੂੰ ਦੱਸ ਰਿਹਾ ਸੀ ਕਿ ਪਹਿਲਾਂ ਮੈਂ ਚਾਹੂੰਗਾ ਕਿ ਇੱਥੇ ਤੁਸੀਂ ਖਲੋ ਕੇ ਜਿਹੜਾ ਆ ਉਹ ਜ਼ਿਕਰ ਜ਼ਰੂਰ ਤੁਸੀਂ ਕਰੋ ਕਿ ਕਿਉਂਕਿ ਇੱਥੇ ਆ ਸਾਰਾ ਅਜੇ ਪਲੇਨ ਆ ਇੱਥੇ। ਇਹ ਪਲੇਨ ਜਿਹੜਾ ਹੈ ਇੱਥੇ ਮੈਂ ਟੋਰੋਟਾਈਜ਼ ਲਗਾਉਣਾ ਹੈ, ਕਛੂਆ ਜਿਹਨੂੰ ਕਹਿੰਦੇ ਆ। ਉਹ ਕਛੂਆ ਤੇ ਹੇਅਰ ਦੀ ਕਹਾਣੀ ਸਾਰਿਆਂ ਨੂੰ ਪਤਾ ਹੈ। ਉਹ ਮੈਂ ਡਿਸਪਲੇ ਕਰਨੀ ਹੈ, ਇਹ ਇੰਡੀਕੇਟਿੰਗ ਕਿ ਕਾਰ ਵੀ ਕਛੂਏ ਵਾਂਗੂ ਜਿੱਤ ਜਾਏਗੀ ਅੱਗੇ। ਹਾਂਜੀ, ਤੇ ਇੱਕ ਉਹਦੇ ਥੱਲੇ ਫਿਨਿਸ਼ਿੰਗ ਲਾਈਨ ਬਣਾ ਕੇ ਉਹ ਨਿਕਲਿਆ ਹੋਇਆ ਕੰਪਿਊਟਰ 'ਚੋਂ ਸਾਰਾ, ਉਹ ਬੰਦੇ ਨੇ ਹਾਲੇ ਬਣਾ ਕੇ ਦਿੱਤਾ ਨਹੀਂ ਮੈਨੂੰ, ਲੇਕਿਨ ਉਹ ਕਨਸੈਪਟ ਮੇਰੇ ਕੋਲ ਹੈ। ਤੇ ਉਹ ਸਿਆ ਜਿਹੜਾ ਹੈ ਹੇਅਰ ਉਹ ਪਿੱਛੇ ਰਹਿ ਗਿਆ, ਉਹ ਕਛੂਆ ਜਿਹੜਾ ਹੈ ਫਿਨਿਸ਼ ਲਾਈਨ ਤੇ ਆ ਗਿਆ। ਉਹ ਮੈਂ ਦੋ ਇਹ ਸਟicker ਲਗਵਾਉਣੇ ਆ, ਉਹਦੇ ਨਾਲ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਵੀ ਇਹਦਾ ਕੀ ਮਤਲਬ ਹੈ। ਸਾਰੇ ਬੱਚਿਆਂ ਤੱਕ ਸਭ ਨੂੰ ਪਤਾ ਹੈ, ਹੇਅਰ ਐਂਡ ਟੋਰੋਟਾਈਜ਼ ਦੀ ਕਹਾਣੀ ਸਭ ਨੂੰ ਪਤਾ ਹੈ। ਜਿਹੜੇ ਵੀ ਥੋੜ੍ਹੇ ਬਹੁਤ ਸਕੂਲਿੰਗ ਕੀਤੀ ਹੈ ਇਹਨਾਂ ਨੇ, ਉਹਨਾਂ ਨੇ ਹੇਅਰ ਐਂਡ ਟੋਰੋਟਾਈਜ਼ ਇਸ ਵਾਸਤੇ ਉਹ ਲਗਵਾਉਣੀ ਹੈ। ਅਗਲੇ ਹਫਤੇ ਤੱਕ ਮੇਰਾ ਖਿਆਲ ਉਹ ਵੀ ਲੱਗ ਜਾਏਗਾ। ਤੇ ਜਿਹੜਾ ਨੰਬਰ ਦੀ ਗੱਲ ਕਰ ਰਹੇ ਆ, ਨੰਬਰ ਪਲੇਟ ਇੱਥੇ ਲਗਾਵਾਂਗਾ। ਹਾਂਜੀ, ਜੇ ਤਾਂ ਆਰਟੀਓ ਨੇ ਕੋਈ ਨੰਬਰ ਦੇ ਦਿੱਤਾ ਤਾਂ ਮੈਂ ਲਗਵਾ ਲਾਂਗਾ, ਜੇ ਨਾ ਦਿੱਤਾ ਉਹਨੇ ਕਿਹਾ ਜੀ ਠੀਕ ਹੈ ਕਿਉਂਕਿ ਈ ਰਿਕਸ਼ਾ 'ਚ ਕੋਈ ਨਹੀਂ ਹੈ, ਉਹੀ ਟੈਕਨੋਲੋਜੀ ਹੈ, ਨਾ ਦਿੱਤਾ ਤਾਂ ਮੈਂ ਇੱਥੇ 40 ਦੀ ਪਲੇਟ ਲਗਾਉਣਾ ਹੈ, 1 2 3 4 0 ਵੈਸੇ ਹੀ, ਤੇ ਤਾਂ ਕਿ ਲੋਕ ਦੇਖ ਕੇ ਦੇਖਣ ਵੀ ਇਹ ਨੰਬਰ ਕੀ ਹੈ, 40 ਕੀ ਹੈ, ਹੈ ਇਟ ਮੀਨਸ ਨਥਿੰਗ, ਹੈ 0 0 0 ਐਵਰੀਵੇਅਰ। ਤੇ ਇਹੀ ਮੇਰਾ ਆਈਡੀਆ। ਜਿਸ ਤਰ੍ਹਾਂ ਤੁਸੀਂ ਇਹਦੇ ਲਾਈਟਸ ਵਗੈਰਾ ਲਗਾਈਆਂ ਆ, ਸਾਰਾ ਕੁਝ ਜਿਹੜਾ ਆ ਉਹ ਲਗਾਇਆ ਆ, ਜਦੋਂ ਆਪਾਂ ਚੱਲਦੇ ਆ ਦਿਨ ਦੀ ਗੱਲ ਕਰੀਏ ਤਾਂ ਰੋਸ਼ਨੀ ਜ਼ਿਆਦਾ ਹੁੰਦੀ, ਇਹਨੂੰ ਚਲਾਉਣਾ ਜਿਹੜਾ ਈਜ਼ੀ ਆ, ਰਾਤ ਦੇ ਸਮੇਂ ਵੀ ਉਸੇ ਤਰੀਕੇ ਦੇ ਨਾਲ ਇਸ ਨੂੰ ਚਲਾਇਆ ਜਾ ਸਕਦਾ। ਹਾਂ, ਇਹਦੇ 'ਚ ਡਿੱਪਰ ਵੀ ਲੱਗਿਆ ਹੋਇਆ, ਇੰਡੀਕੇਸ਼ਨ ਵੀ ਲੱਗੇ ਹੋਏ ਆ, ਉਹ ਸਾਰੇ ਉਹਦੇ ਵਿੱਚ ਲੱਗੇ ਹੋਏ ਆ, ਜਿਸ ਤਰ੍ਹਾਂ ਕਿ ਆਮ ਕਾਰਾਂ ਦੇ ਵਿੱਚ ਹੁੰਦਾ। ਡਿੱਪਰ ਵੀ ਹੈ ਔਰ ਜਿਹੜਾ ਹੈ ਇੰਡੀਕੇਟਰ ਵੀ ਹੈ, ਕਿੱਧਰ ਨੂੰ ਮੁੜਨਾ। ਆਹ ਸਾਰੀ ਲਾਈਟਾਂ ਦੱਸਦੀਆਂ, ਅਗਲੀਆਂ ਲਾਈਟਾਂ ਦੱਸਦੀਆਂ, ਕੋਈ ਉਹ ਨਹੀਂ ਹੈ ਜਿਹੜਾ ਕਿ ਨਾ ਹੋਵੇ, ਜਿਹੜਾ ਕਿ ਦੂਸਰੀ ਕਾਰਾਂ ਦੇ ਵਿੱਚ, ਨਾਰਮਲ ਕਾਰਾਂ ਵਿੱਚ ਹੈ। ਤੇ ਲਾਈਟ ਇਹਦੀ LED ਲਾਈਟ ਹੈ, ਤੁਸੀਂ ਕਿਤੇ ਰਾਤ ਨੂੰ ਦੇਖੋਗੇ ਤਾਂ ਇਹਦੀ ਲਾਈਟ ਬਹੁਤ ਦੂਰ ਤੱਕ
ਪੈਂਦੀ ਹੈ, ਬਹੁਤ ਅੱਛੀ ਲਾਈਟ ਹੈ ਜੀ, ਕਾਫੀ ਇਫੈਕਟਿਵ ਲਾਈਟ ਹੈ ਜੀ ਜੀ ਤੇ ਕੋਈ ਪ੍ਰੋਬਲਮ ਨਹੀਂ ਹੈ ਆਏਗੀ, ਕਿਸੇ ਨੂੰ ਪ੍ਰੋਬਲਮ ਆਉਂਦੀ ਨਹੀਂ ਹੈ ਚਲਾਉਣ 'ਚ ਵੀ। ਜੀ। ਤੇ ਤੁਸੀਂ ਕਿਤੇ ਕਿਸੇ ਨਾਲ ਗੱਲ ਕੀਤੀ ਜਾਂ ਸੋਚਿਆ ਕਿ ਇਸ ਨੂੰ ਕਿਸੇ ਜਿੱਥੇ ਕਿਤੇ ਕੋਈ ਪ੍ਰਦਰਸ਼ਨੀ ਹੁੰਦੀ ਆ ਵੱਖ-ਵੱਖ ਚੀਜ਼ਾਂ ਦੀ, ਉੱਥੇ ਇਸ ਨੂੰ ਲਿਜਾਇਆ ਜਾਵੇ ਤੇ ਲੋਕ ਵੱਧ ਤੋਂ ਵੱਧ ਇਸ ਨੂੰ ਦੇਖ ਸਕਣ? ਚਾਹੇ ਕਿ ਮੀਡੀਆ ਰਾਹੀਂ ਕਾਫੀ ਲੋਕਾਂ ਨੂੰ ਪਤਾ ਲੱਗ ਚੁੱਕਾ ਆ, ਪਰ ਫਿਰ ਵੀ ਹੁੰਦਾ ਵਾ ਕਿ ਕਿਸੇ ਜਗ੍ਹਾ ਦੇ ਉੱਤੇ ਇਹਨੂੰ ਸਪੈਸ਼ਲੀ ਕਿਸੇ ਜਗ੍ਹਾ ਤੇ ਲਿਜਾਇਆ ਜਾਵੇ ਜਿੱਥੇ ਕੋਈ ਇਸ ਤਰ੍ਹਾਂ ਦੀ ਪ੍ਰਦਰਸ਼ਨੀ, ਐਗਜ਼ੀਬਿਸ਼ਨ ਜਾਂ ਕੁਝ ਵੀ ਆ, ਕਿ ਜਿੱਥੇ ਹੋਰ ਲੋਕ ਇਸ ਨੂੰ ਦੇਖ ਸਕਣ, ਇਸ ਦੇ ਵਿੱਚ ਬੈਠ ਕੇ ਕੋਈ ਸੈਲਫੀ ਕਰ ਸਕੇ ਜਾਂ ਇਹਨੂੰ ਚਲਾ ਕੇ ਥੋੜਾ ਬਹੁਤਾ ਦੇਖ ਸਕਣ। ਉਹ ਇਸ ਤਰ੍ਹਾਂ ਹੈ ਕਿ ਮੇਰੀ ਬੜੀ ਇੱਛਾ ਸੀ ਜੀ ਕਿ ਇਸ ਨੂੰ ਦਿੱਲੀ ਦੀ ਜਿਹੜੀ ਵਰਲਡ ਆਟੋ ਸ਼ੋਅ ਚੱਲ ਰਿਹਾ ਹੈ, ਜੀ ਕੱਲ੍ਹ ਤੋਂ ਚੱਲਣਾ 9 ਤਾਰੀਖ ਤੋਂ ਲੈ ਕੇ 14 ਤਾਰੀਖ ਤੱਕ, ਜੀ ਵੀ ਉੱਥੇ ਡਿਸਪਲੇ ਕੀਤਾ ਜਾਵੇ ਔਰ ਉੱਥੇ ਚਲਾਇਆ ਵੀ ਜਾਵੇ। ਜੀ ਲੇਕਿਨ ਉਹ ਮੈਂ ਟਾਈ ਅਪ ਨਹੀਂ ਕਰ ਸਕਿਆ ਜੀ ਕਿਉਂਕਿ ਮੈਂ 5-7 ਦਿਨ ਵਿੱਚ ਜੈਪੁਰ ਲਿਟਰੇਚਰ ਫੈਸਟੀਵਲ ਤੇ ਚਲਾ ਗਿਆ, ਜੀ 23 ਤੋਂ ਲੈ ਕੇ 29 ਤੱਕ। ਉਹ ਮੇਰਾ ਹਫ਼ਤਾ ਲੰਘ ਗਿਆ ਤੇ ਕਿਸੇ ਨਾਲ ਮੈਂ ਟਾਈ ਅਪ ਨਹੀਂ ਕਰ ਸਕਿਆ, ਪੋਲੀਟੀਸ਼ੀਅਨ ਨਾਲ ਜਾਂ ਕਿਸੇ ਹੋਰ ਕੋਈ ਪ੍ਰਮੋਟ ਕਰਨ ਵਾਲਾ ਸਪਾਂਸਰ ਹੋਵੇ। ਉਹ ਐਕਚੁਅਲੀ ਜੇ ਮੈਂ 1-1.5 ਮਹੀਨਾ ਪਹਿਲਾਂ ਕਰਦਾ, ਉਦੋਂ ਤੱਕ ਇਹ ਗੱਡੀ ਤਿਆਰ ਨਹੀਂ ਹੋਈ ਸੀ ਪੂਰੀ। ਜੇ ਕਰ ਲੈਂਦਾ ਤੇ ਗੱਡੀ ਉੱਥੇ ਸਟਾਰ ਅਟਰੈਕਸ਼ਨ ਹੋ ਸਕਦੀ ਸੀ, ਕਿਉਂਕਿ ਬਾਕੀ ਗੱਡੀਆਂ ਵਾਂਗੂ ਨਜ਼ਰ ਆਉਂਦੀਆਂ, ਤੁਸੀਂ ਜੋ ਮਰਜ਼ੀ ਫਿੱਟ ਕੀਤਾ ਹੋਵੇ ਉਹ ਲੱਗਦਾ ਕਿ ਕਾਰ ਖੜੀ ਹੈ, ਠੀਕ ਹੈ ਨਹੀਂ? ਉਹ 'ਚ ਇਲੈਕਟ੍ਰਿਕ ਹੈ, ਡੀਜ਼ਲ ਚੱਲਦਾ ਹੈ, ਪੈਟਰੋਲ ਚੱਲਦਾ, ਕਿਸੇ ਨੂੰ ਕੀ ਪਤਾ। ਲੇਕਿਨ ਇਹਦੇ ਲੁੱਕ ਡਿਫਰੈਂਟ ਹੈ ਤੇ ਇਸ ਵਾਸਤੇ ਇਹ ਬਹੁਤ ਪਾਪੂਲਰ ਹੋ ਸਕਦੀ ਸੀ। ਪਰ ਫਿਰ ਵੀ ਕਿਸੇ ਵੇਲੇ ਪੰਜਾਬ 'ਚ ਜਾਂ ਕਿਤੇ ਨੇੜੇ ਤੇੜੇ ਕੋਈ ਐਗਜ਼ੀਬਿਸ਼ਨ ਕਾਰਸ ਦੀ ਲੱਗੇਗੀ, ਕਾਰ ਸ਼ੋਅ ਹੋਏਗਾ ਜਾਂ ਕੋਈ ਹੋਏਗਾ, ਤੇ ਮੈਂ ਇਸ ਨੂੰ ਡਿਸਪਲੇ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਵੀ ਆਵੇ, ਲੋਕ ਸੋਚਣ। ਵੈਸੇ ਹੁਣ ਮੈਨੂੰ ਕਾਫੀ ਲੋਕ ਕਹਿੰਦੇ ਕਿ ਜੀ ਸਾਨੂੰ ਵੀ ਇਹ ਗੱਡੀ ਇੱਕ ਬਣਾ ਦਿਓ, ਹੈਂ। ਕਈ ਬੰਦੇ ਤਾਂ ਕਹਿੰਦੇ ਜੀ ਸਾਤੋਂ ਚੈੱਕ ਲੈ ਲਓ ਤੇ ਸਾਨੂੰ ਗੱਡੀ ਬਣਾ ਦਿਓ। ਤੇ ਮੈਂ ਇਹ ਚੀਜ਼ ਅੰਡਰਟੇਕ ਇਸ ਵਾਸਤੇ ਨਹੀਂ ਕਰ ਰਿਹਾ ਕਿਉਂਕਿ ਮੈਂ ਇਹ ਜ਼ਿੰਮੇਵਾਰੀ ਕੋਈ ਨਹੀਂ ਲੈਣਾ ਚਾਹੁੰਦਾ, ਨਾਲੇ ਮੈਨੂੰ ਇਸ ਗੱਲ ਦਾ ਪਤਾ ਵੀ ਕੋਈ ਨਹੀਂ ਕਿ ਇਸ ਤਰ੍ਹਾਂ ਮਾਸ ਸਕੇਲ 'ਤੇ ਬਗੈਰ ਲਾਇਸੈਂਸ ਮੈਂ ਬਣਾ ਸਕਦਾ ਜਾਂ ਨਹੀਂ ਬਣਾ ਸਕਦਾ। ਲੇਕਿਨ ਬਹਰਹਾਲ ਮੈਂ ਇਹ ਜ਼ਰੂਰ ਕਰਨਾ ਕਿ ਜਿਹੜਾ ਮੇਰਾ ਫੋਰਮੈਨ ਹੈ ਉਹ ਦਿਲਜੀਤ ਸਿੰਘ, ਉਹ ਇਸ ਨੂੰ ਜ਼ਰੂਰ ਬਣਾ ਸਕਦਾ। ਹੋਰ ਡਿਜ਼ਾਈਨ ਵੀ ਬੜੇ ਹੈ, 100 ਡਿਜ਼ਾਈਨ ਹੋਣੇ ਹੈ। ਹਾਂਜੀ, ਇੱਕ ਇਹ ਇਸ ਤਰ੍ਹਾਂ ਹੈ, ਇੱਕ ਰਾਊਂਡ ਡਿਜ਼ਾਈਨ ਵੀ ਹੈ, ਬਿਲਕੁਲ ਇਸ ਤਰ੍ਹਾਂ ਲੱਗਾ ਕਿ ਪਹੀਆ ਚੱਲ ਰਿਹਾ ਹੈ, 2 ਸੀਟਰ, ਤੇ ਉਹ ਚੱਲੀ ਜਾਏਗਾ, ਲੱਗੇਗਾ ਪਹੀਆ ਚੱਲ ਰਿਹਾ ਹੈ। ਹੋਰ ਬੜੇ ਡਿਜ਼ਾਈਨ ਹੈ ਇਹਦੇ ਵਿੱਚ। ਤੁਸੀਂ ਇਹ ਤੁਹਾਡਾ ਸ਼ੌਕ ਸੀਗਾ ਕਿ ਇਸ ਤਰ੍ਹਾਂ ਦੀ ਗੱਡੀ ਜਿਹੜੀ ਆ ਉਹ ਬਣਾਈ ਜਾਵੇ? ਹੁਣ ਕੁਝ ਹੋਰ ਵੀ ਹੈਗਾ ਵਾ ਕਿ ਕੋਈ ਹੋਰ ਵੀ ਡਿਫਰੈਂਟ ਚੀਜ਼ ਜਿਹੜੀ ਆ ਉਹ ਤਿਆਰ ਕੀਤੀ ਜਾਵੇ, ਜਿਹੜੀ ਇਸੇ ਤਰ੍ਹਾਂ ਹੀ ਚਾਰਜ ਹੁੰਦੀ ਹੋਵੇ ਜਾਂ ਇਸ ਤਰ੍ਹਾਂ ਚੱਲ ਸਕੇ? ਜਿਹੜੀ ਪੋਲਿਊਸ਼ਨ ਜਿਹੜਾ ਬਹੁਤ ਜ਼ਿਆਦਾ ਫੈਲ ਰਿਹਾ ਆ, ਜਿਸ ਕਾਰਨ ਅਸੀਂ ਦੇਖਿਆ ਕੁਝ ਮਹੀਨੇ ਪਹਿਲਾਂ ਇੱਥੇ ਇੱਕ ਧੂੰਆਂ ਜਿਹੜਾ ਆ ਉਹ ਧੁੰਦ ਦੇ ਰੂਪ ਦੇ ਵਿੱਚ ਫੈਲ ਗਿਆ ਸੀ। ਇਸ ਚੀਜ਼ ਨੂੰ ਘੱਟ ਕਰਨ ਵਾਸਤੇ ਇਮੀਡੀਏਟਲੀ ਤਾਂ ਮੇਰੇ ਮਾਈਂਡ 'ਚ ਕੁਝ ਨਹੀਂ ਆ ਰਿਹਾ ਜੀ, ਕਾਰ ਤੋਂ ਇਲਾਵਾ। ਵੈਸੇ ਮੈਂ ਇਨਲਾਈਟਰਮੈਂਟ ਇਹ ਜ਼ਰੂਰ ਕਹਿ ਦਿੰਦਾ ਕਿ ਇਸ ਤੋਂ ਨੈਕਸਟ ਮੈਂ ਭੋਲੇ ਨੂੰ ਕਹਾਂਗਾ ਕਿ ਤੂੰ ਇੱਕ ਛੋਟਾ ਜਿਹਾ ਹੈਲੀਕਾਪਟਰ ਬਣਾ ਦੇ 2 ਸੀਟਰ। ਤੇ ਉਹ ਕਹਿੰਦਾ ਜੀ ਬਿਲਕੁਲ ਬਣਾ ਦਿਆਂਗਾ, ਮੈਨੂੰ ਤੁਸੀਂ ਟੈਕਨੋਲੋਜੀ ਦੇ ਦੇਣਾ ਤੇ ਸਮਾਨ ਦੇ ਦੇਣਾ ਤੇ ਫਾਈਬਰ ਗਲਾਸ ਦਾ ਬਣਾ ਦਿਆਂਗੇ, ਬੜਾ ਲਾਈਟ ਹੋਏਗਾ, ਜਿੱਥੋਂ ਵੀ ਫੜੋ ਉੜੇਗਾ, ਛੱਤ 'ਤੇ ਉਤਾਰ ਲਓ, ਕਿਤੇ ਉਤਾਰ ਲਓ, ਲਾਈਟ ਕੋਈ ਮੁਸ਼ਕਲ ਨਹੀਂ ਹੈ। ਇਹ ਵੀ ਟੈਕਨੋਲੋਜੀ ਕੋਈ ਮੁਸ਼ਕਲ ਨਹੀਂ ਹੈ, ਕੋਈ ਟੈਕਨੋਲੋਜੀ ਹੁਣ ਮੁਸ਼ਕਲ ਨਹੀਂ ਹੈ, ਟੈਕਨੋਲੋਜੀ ਅਵੇਲੇਬਲ ਹੈ ਹੁਣ ਹਰ ਜਗ੍ਹਾ। ਤੇ ਉਹ ਹਾਲੇ ਇੰਨੀ ਜਲਦੀ ਨਹੀਂ ਗੱਲ ਹੋ ਸਕਦੀ, ਹੋ ਸਕਦਾ 2-4 ਸਾਲ ਅਗਰ ਮੈਂ ਠੀਕ ਠਾਕ ਰਿਹਾ ਤੇ ਉਹ ਵੀ ਕੋਸ਼ਿਸ਼, ਇੱਕ ਐਫਰਟ ਕਰਨ ਦੀ ਕੋਸ਼ਿਸ਼ ਕਰਾਂਗਾ ਵੀ ਚਲ ਇੱਕ ਛੋਟਾ ਜਿਹਾ ਫਾਈਬਰ ਗਲਾਸ ਦਾ 2 ਸੀਟਰ ਹੈਲੀਕਾਪਟਰ ਬਣਾਇਆ ਜਾਵੇ। ਹਾਂਜੀ, ਆਫਟਰ ਆਲ ਤੁਸੀਂ ਡਰੋਨ ਦੇਖਦੇ ਹੋ, ਹਾਂਜੀ, ਉਹ ਮੈਂਡ ਨਹੀਂ ਹੈ, ਮੈਰਿਜ ਵਿੱਚ ਵੀ ਡਰੋਨ ਘੁੰਮਦੇ ਆ। ਆਫਟਰ ਟੈਕਨੋਲੋਜੀ ਉਹੀ ਹੈ, ਉਹ 'ਚ ਜ਼ਿਆਦਾ ਪਾਵਰਫੁਲ ਇੰਜਨ ਹੋਏਗਾ, ਤੁਹਾਨੂੰ ਲਿਫਟਿੰਗ ਦਾ ਉਹ ਹੋਏਗਾ, ਟੈਕਨੋਲੋਜੀ ਹੋਏਗੀ, ਉਹ ਲੈ ਜਾਏਗਾ ਤੇ ਕੋਈ ਡਿਫੀਕਲਟੀ ਨਹੀਂ ਹੈ। ਅਮਰੀਕਾ ਵਿੱਚ ਡਰੋਨਸ ਜਿਹੜੇ ਇਸ ਵੇਲੇ ਤੁਹਾਡੇ ਹੋਮ ਡਿਲੀਵਰੀ ਕਰਦੇ ਆ ਚੀਜ਼ਾਂ ਦੀ। ਹਾਂਜੀ, ਡਰੋਨ ਉਤਰ ਜਾਂਦਾ, ਤੁਸੀਂ ਆਪਣੀ ਚੀਜ਼ ਲੈ ਲੈਂਦੇ ਹੋ, ਡਰੋਨ ਉਸ ਵੇਲੇ ਉੱਡ ਜਾਂਦਾ। ਤੇ ਇਹ ਕੋਈ ਮੁਸ਼ਕਲ ਟੈਕਨੋਲੋਜੀ, ਮੈਂ ਪਹਿਲਾਂ ਕਹਿ ਚੁੱਕਿਆ ਕਿ ਜ਼ਮੀਨ 'ਤੇ
ਚੀਜ਼ ਕੋਈ ਕਰਨੀ ਤਾਂ ਕੋਈ ਮੁਸ਼ਕਲ ਨਹੀਂ, ਜਦ ਬੰਦੇ ਨੇ ਹਵਾ 'ਚ ਇੰਨਾ ਕੁਝ ਕਰ ਲਿਆ ਹੈ ਜੀ, ਚੰਦਰਮਾ ਤੇ ਪਹੁੰਚ ਗਿਆ। ਉਹ 50 ਸਾਲ ਪਹਿਲਾਂ ਉਦੋਂ ਕੰਪਿਊਟਰ ਵੀ ਇੰਨੇ ਅੱਛੇ ਨਹੀਂ ਸੀਗੇ ਉਸ ਲੈਵਲ ਦੇ, ਫਿਰ ਵੀ ਉਹ ਲੋਕ ਪਹੁੰਚ ਗਏ। ਇਹ ਤਾਂ ਮੂਲੀ ਗੱਲਾਂ ਹੈਗੀਆਂ। ਇਹ ਸਿਰਫ ਗਵਰਨਮੈਂਟ ਦੀ ਵਿਲਿੰਗਨੈਸ ਚਾਹੀਦੀ ਹੈ। ਸਾਡੇ ਬਹੁਤ ਸਾਰੀ ਗਵਰਨਮੈਂਟ ਜਿੰਨੀਆਂ ਵੀ ਆਈਆਂ ਜਾਂ ਜਿੰਨੀਆਂ ਹੈ ਵੀ, ਉਹਨਾਂ ਨੇ R&D ਤੇ ਬਹੁਤ ਘੱਟ ਪੈਸੇ ਖਰਚ ਕੀਤੇ ਆ, ਰਿਸਰਚ ਐਂਡ ਡਿਵੈਲਪਮੈਂਟ ਤੇ ਜਿੰਨੇ ਤੁਸੀਂ ਬਾਹਰੋਂ ਬਲੂਪ੍ਰਿੰਟ ਲੈ ਕੇ ਆਉਂਦੇ ਹੋ ਨਾ, ਉਹ ਕੰਮ ਨਹੀਂ ਕਰਦੇ ਜਿੰਨਾ ਚਿਰ ਬੰਦਾ ਖੁਦ ਰਿਸਰਚ ਐਂਡ ਡਿਵੈਲਪਮੈਂਟ 'ਚ ਨਾ ਕਰੇ। ਜਿੱਦਾਂ ਕਿ APJ ਅਬਦੁਲ ਕਲਾਮ, ਉਹਨਾਂ ਨੇ ਮਿਜ਼ਾਈਲਸ ਟੈਕਨੋਲੋਜੀ ਕੀਤੀ। ਮੈਂ ਲੇਟੈਸਟ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਤੇ ਉਹ 'ਚ ਪਤਾ ਲੱਗਦਾ ਕਿ ਉਹਨਾਂ ਨੇ ਕਿੰਨੀ ਕੁ ਡੈਡੀਕੇਸ਼ਨ ਕੀਤੀ, ਔਰ ਉਹਨਾਂ ਨੇ ਡੈਡੀਕੇਸ਼ਨ ਇੰਨੀ ਕੀਤੀ ਕਿ ਸ਼ਾਦੀ ਵੀ ਨਹੀਂ ਕੀਤੀ। ਉਹ ਇਸ ਕਰਕੇ ਉਹ ਕਹਿੰਦੇ ਮੇਰੇ ਕੋਲ ਟਾਈਮ ਹੀ ਕੋਈ ਨਹੀਂ। ਔਰ ਉਹਨਾਂ ਨੇ ਸਾਰਾ ਮਿਜ਼ਾਈਲ ਟੈਕਨੋਲੋਜੀ ਕੀਤੀ, ਹੋਰ ਬੜੇ ਬੜੇ ਕੰਮ ਜਿਹੜੇ ਉਹ ਕੀਤੇ, ਤੇ ਇਸੇ ਕਰਕੇ ਉਹਨਾਂ ਨੂੰ ਪਹਿਲਾਂ ਹੀ ਭਾਰਤ ਰਤਨ ਮਿਲ ਗਿਆ। ਫਿਰ ਉਹ ਪ੍ਰੈਜ਼ੀਡੈਂਟ ਵੀ ਬਣੇ ਸਾਡੇ ਮੁਲਕ ਦੇ, ਔਰ ਬੜੇ ਸਿੰਪਲ ਆਦਮੀ ਸੀ, ਬੱਚਿਆਂ ਨਾਲ ਇੰਟਰੈਕਟ ਕਰਦੇ ਸਾਇੰਸ ਦੇ ਬਾਰੇ 'ਚ, ਹਾਂਜੀ, ਬੜੇ ਬੜੀ ਮਹਿਫਲ 'ਚ। ਤੇ ਇਸ ਤਰ੍ਹਾਂ ਦੇ ਬੰਦੇ ਸਾਡੇ ਕੋਲ ਹੋਣੇ ਚਾਹੀਦੇ ਆ, ਵੱਡੇ ਲੀਡਰਸ। ਸਿਰਫ ਗੱਲਾਂ ਕਰਨ ਵਾਲੇ ਲੀਡਰ ਨਹੀਂ ਚਾਹੀਦੇ, ਜਿਹੜੇ ਕੁਝ ਕ੍ਰੀਏਟਿਵ ਮਾਈਂਡ ਦੇ ਹੋਣ, ਸਾਇੰਸ ਦੇ ਨਾਲ ਬੇਸਡ ਹੋਣ, ਸੋਚਣ ਕਿ ਅਸੀਂ ਇੰਪਲੀਮੈਂਟ ਕਿੱਦਾਂ ਕਰੀਏ। ਸਭ ਪਤਾ ਹੈ ਸਾਨੂੰ। ਜਿੱਦਾਂ ਕਿ ਸਾਡੇ ਪ੍ਰਧਾਨ ਮੰਤਰੀ ਜੀ ਇਜ਼ਰਾਈਲ ਗਏ ਸੀ, ਉਹਨਾਂ ਨੂੰ ਸੀ ਦੇ ਉੱਤੇ ਪ੍ਰਾਈਮ ਮਿਨਿਸਟਰ ਜਿਹੜਾ ਲੈ ਕੇ ਗਏ ਉੱਥੇ ਦੇ, ਉਹਨਾਂ ਨੇ ਕਿਹਾ ਜੀ ਇਸ ਪਾਣੀ ਤੋਂ ਅਸੀਂ ਸਾਰਾ ਕੁਝ ਕੱਢ ਲੈਂਦੇ ਹਾਂ, ਪਿਓਰ ਵਾਟਰ, ਡਰਿੰਕਿੰਗ ਵਾਟਰ ਵੀ, ਇਰੀਗੇਸ਼ਨ ਵਾਸਤੇ ਵੀ, ਸਾਰਾ ਕੁਝ। ਸਾਡੇ ਇੰਡੀਆ 'ਚ 3 ਸਾਈਡ 'ਤੇ ਸੀ ਲੱਗਦਾ, ਈਸਟ, ਵੈਸਟ, ਨਾਰਥ, ਸਾਊਥ। ਨਾਰਥ 'ਚ ਨਹੀਂ, ਨਾਰਥ 'ਚ ਹਿਲ 'ਚ ਵੈਸੇ ਪਾਣੀ ਬੜਾ ਅਵੇਲੇਬਲ ਹੈ। ਅਗਰ ਅਸੀਂ ਉਹ ਪਾਣੀ, ਸਮੁੰਦਰ ਦਾ ਪਾਣੀ ਇਰੀਗੇਟ ਕਰੀਏ ਉਹਦੇ ਨਾਲ, ਔਰ ਉਸਨੂੰ ਵਾਟਰ ਗ੍ਰਿਡ ਬਣਾ ਦਈਏ, ਜਿਸ ਤਰ੍ਹਾਂ ਇਲੈਕਟ੍ਰਿਕ ਗ੍ਰਿਡ ਹੈ, ਇਸ ਤਰ੍ਹਾਂ ਵਾਟਰ ਗ੍ਰਿਡ ਅਗਰ ਬਣਾ ਦਈਏ ਸਾਰੇ ਮੁਲਕ ਦੇ ਵਿੱਚ, ਖਾਸ ਕਰਕੇ ਸਾਊਥ ਦੇ ਵਿੱਚ, ਵੈਸਟ ਦੇ ਵਿੱਚ, ਈਸਟ ਦੇ ਵਿੱਚ, ਜਿੱਥੇ ਸਮੁੰਦਰ ਲੱਗਦਾ, ਤੇ ਪਾਣੀ ਉਹ ਲੈ ਕੇ ਸਾਰਾ ਅਸੀਂ ਸਟੋਰ ਕਰ ਸਕਦੇ ਹਾਂ। ਸਟੋਰ ਕਰਕੇ ਜਿੰਨਾ ਵੀ ਇਰੀਗੇਸ਼ਨ, ਜਿੰਨਾ ਡਰਿੰਕ, ਕਦੇ ਪਾਣੀ ਮੁੱਕੇਗਾ ਨਹੀਂ, ਸ਼ਾਰਟੇਜ ਆਫ ਵਾਟਰ ਬਿਲਕੁਲ ਨਹੀਂ ਹੋਏਗੀ। ਟੈਕਨੋਲੋਜੀ ਪੂਰੀ ਹੈ, ਇਜ਼ਰਾਈਲ ਕੋਲ ਵੀ ਹੈ, ਹੋਰਾਂ ਕੋਲ ਵੀ ਹੈ, ਤੇ ਉਹ ਪਿਓਰ ਵਾਟਰ, ਡਰਿੰਕ ਵਾਟਰ ਮਿਲੇਗਾ, ਇਰੀਗੇਸ਼ਨ ਵਾਸਤੇ ਮਿਲੇਗਾ। ਇਜ਼ਰਾਈਲ ਦੇ ਵਿੱਚ ਡੈਜ਼ਰਟ ਸੀਗੇ ਐਟ ਵਨ ਟਾਈਮ, ਇਜ਼ਰਾਈਲ 'ਚ ਡੈਜ਼ਰਟ ਸੀ ਬਹੁਤ ਸਾਰੇ। ਉਹ ਇਸ ਵੇਲੇ ਇੰਨੇ ਫਰਟਾਈਲ ਲੈਂਡਸ ਹੈ, ਜੋ ਮਰਜ਼ੀ ਗਰੋ ਕਰਦੇ ਆ। ਉਹਨਾਂ ਨੇ ਪਾਣੀ ਅਵੇਲੇਬਲ ਕਰ ਦਿੱਤਾ, ਇਸ ਕਰਕੇ ਅਸੀਂ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਸ਼ੌਕ, ਕੋਈ ਲਿਖਣ ਦਾ, ਕੁਝ ਪੜ੍ਹਨ ਦਾ, ਜਾਂ ਕੁਝ ਹੋਰ? ਸ਼ੌਕ ਤਾਂ ਮੈਨੂੰ ਹੈ, ਲਿਖਣ ਦਾ ਵੀ ਹੈ, ਪੜ੍ਹਨ ਦਾ ਵੀ ਹੈ, ਤੇ ਮਿਊਜ਼ਿਕ ਦਾ ਵੀ ਹੈ। ਹੋਰ ਸ਼ੌਕ ਬਲੱਡ ਡੋਨੇਸ਼ਨ ਕੈਂਪ ਦਾ ਮੈਨੂੰ ਮੈਡਮ ਨੇ ਦੱਸਿਆ ਸੀਗਾ ਕਿ ਉਹ ਵੀ ਤੁਸੀਂ ਹਰ ਸਾਲ ਜਿਹੜਾ ਹੈ ਉਹ ਮੈਂ 1974 ਤੋਂ ਮੈਂ ਬਲੱਡ ਡੋਨਰ ਹਾਂ। ਜਦੋਂ ਕਿ ਮੇਰੀ ਉਮਰ ਤਕਰੀਬਨ 36 ਸਾਲ ਸੀ। ਲੁਧਿਆਣੇ ਸੀ ਮੈਂ, ਉੱਥੋਂ ਸ਼ੁਰੂ ਹੋਇਆ। ਵੈਸੇ ਕਲਕੱਤਾ ਸੀ ਪਹਿਲਾਂ ਜੋਬ ਕਰਦਾ, ਫਿਰ ਉੱਥੇ ਮੈਨੂੰ ਕੋਈ ਛੋਟੀ ਜਗ੍ਹਾ 'ਤੇ ਕਰਕੇ ਬਲੱਡ ਡੋਨੇਸ਼ਨ ਦਾ ਚਾਂਸ ਨਹੀਂ ਲੱਗਿਆ। ਫਿਰ ਮੈਂ ਲੁਧਿਆਣੇ ਮੈਂ ਹਸਪੀਟਲ ਗਿਆ ਸੀ, ਤਾਂ ਉਹ ਬੈਨਰ ਲੱਗਿਆ ਸੀ ਬਲੱਡ ਡੋਨੇਸ਼ਨ ਦਾ। ਮੈਂ ਫਸਟ ਟਾਈਮ ਉਸ ਵੇਲੇ 1973 'ਚ ਬਲੱਡ ਦਿੱਤਾ। ਉਸ ਤੋਂ ਬਾਅਦ ਮੈਂ ਕੰਟੀਨਿਊ ਕਰਦਾ। ਹੁਣ ਵੀ ਪਿਛਲੇ 28 ਸਾਲ ਤੋਂ 1 ਜਨਵਰੀ ਸਾਰੇ ਅੰਮ੍ਰਿਤਸਰ 'ਚ ਜਾਂ ਹਸਪੀਟਲ ਵਾਲੇ ਜਿਹੜੇ ਗੁਰੂ ਨਾਨਕ ਦੇਵ ਹਸਪੀਟਲ ਵਾਲੇ, ਉਹਨਾਂ ਨੂੰ ਪਤਾ ਹੈ, ਰੈੱਡ ਕਰਾਸ ਨੂੰ ਪਤਾ ਹੈ ਕਿ 1 ਜਨਵਰੀ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਾਂ ਟੂ ਸੈਲੀਬ੍ਰੇਟ ਨਿਊ ਈਅਰ। ਪਿਛਲੇ ਸਾਲ 62 ਡੋਨਰ ਸੀ, ਇਹ ਵਾਰ ਥੋੜ੍ਹੇ ਘੱਟ ਗਏ, 47 ਹੋ ਗਏ। ਮੈਂ ਟਾਈ ਅਪ ਨਹੀਂ ਕਰ ਸਕਿਆ, ਮੋਟੀਵੇਟ ਨਹੀਂ ਕਰ ਸਕਿਆ, ਅਤੇ ਫਿਰ ਵੀ 47 ਡੋਨਰ ਸੀਗੇ। ਉਹਦੇ ਵਿੱਚ ਮੈਂ ਇਹ ਕਹਿ ਸਕਦਾ ਕਿ ਲੋਕ ਜਿਹੜੇ ਆਉਂਦੇ ਆ ਉਹ ਬੜੇ ਖੁਸ਼ ਹੋ ਕੇ ਜਾਂਦੇ ਕਿ ਇੱਕ ਨਵੇਂ ਸਾਲ 'ਚ ਨਵੀਂ ਚੀਜ਼ ਅਸੀਂ ਸੇਵਾ ਵਾਲੀ ਕੀਤੀ। ਇਹ ਇੱਕ ਬਲੱਡ ਡੋਨੇਸ਼ਨ ਕੈਂਪ 'ਚ ਇਹ ਖਾਸ ਖੂਬੀ ਮੈਂ ਸਮਝਦਾ
ਕਿ ਤੁਸੀਂ ਜਿਸ ਨੂੰ ਵੀ ਜਾ ਰਿਹਾ ਬਲੱਡ ਇਨਸਾਨ ਨੂੰ ਜਾ ਰਿਹਾ, ਰਿਕੁਆਇਰਮੈਂਟ ਜਿਹਦੀ ਹੈ ਉਹ ਮੀਟ ਵੀਟ ਕਰਦੇ ਹੋ, ਕਿਸੇ ਤੇ ਆਸਾਨ ਨਹੀਂ ਕਰਦੇ। ਤੁਸੀਂ ਮੈਂ ਤੁਹਾਨੂੰ ਬਲੱਡ ਦੇਵਾਂ ਜਾਂ ਤੁਸੀਂ ਮੈਨੂੰ ਬਲੱਡ ਦਿਓ, ਤੁਸੀਂ ਇੱਕ ਦੂਸਰੇ ਤੇ ਥੋੜ੍ਹਾ ਜਿਹਾ ਲੱਗੇਗਾ ਕਿ ਮੈਨੂੰ ਇਲਾਜ ਕੀਤਾ। ਇਹ ਜਦੋਂ ਤੁਸੀਂ ਉੱਥੇ ਕੈਂਪ 'ਚ ਜਾ ਕੇ ਦੇ ਦਿੰਦੇ ਹੋ ਔਰ ਸਾਰੇ ਦੇ ਸਾਰੇ ਯੂਨਿਟ ਇਕੱਠੇ ਚਲੇ ਜਾਂਦੇ ਆ ਹਸਪੀਟਲ, ਪਤਾ ਨਹੀਂ ਕਿਸ ਨੂੰ ਜਾਂਦੇ, ਪਰ ਇਨਸਾਨ ਨੂੰ ਜਾਂਦੇ ਆ। ਉਹ ਇਨਸਾਨ ਦੀ ਸੇਵਾ ਸਭ ਤੋਂ ਵੱਡੀ ਹੈ। ਔਰ ਗੁਰਬਾਣੀ 'ਚ ਵੀ ਲਿਖਿਆ ਹੈ ਕਿ ਬਿਨ ਸੇਵਾ ਦ੍ਰਿਗ ਹੱਥ ਪੈਰ ਬਾਕੀ ਨੇਫਲ ਕਰਨੀ। ਇਹਦਾ ਮਤਲਬ ਕੀ ਹੈ ਵੀ ਹੱਥ ਪੈਰ ਜਿਹੜੇ ਹੈ ਕੁਛ ਨਹੀਂ ਹੈ ਸੇਵਾ ਤੋਂ ਬਗੈਰ, ਹੈ ਜੀ। ਔਰ ਮਦਰ ਟਰੀਸਾ ਨੇ ਵੀ ਬਹੁਤ ਅੱਛੀ ਗੱਲ ਲਿਖੀ ਹੈ, ਜਿਹੜੀ ਮੈਂ ਅਕਸਰ ਕਹਿਣਾ, ਹਾਲਾਂਕਿ ਬੜੀ ਰਿਲੀਜੀਅਸ ਸੀ, ਕ੍ਰਿਸਚਨ ਰਿਲੀਜਨ ਨੂੰ ਬੜੀ ਉਹ ਕਰਦੀ ਸੀ, ਲੇਕਿਨ ਉਸ ਨੇ ਵੀ ਜਿਹੜੀ ਗੱਲ ਕਹਿ ਦਿੱਤੀ ਉਹ ਧਰਮ ਤੋਂ ਅੱਗੇ ਨਿਕਲ ਗਈ। ਔਰ ਉਹ ਗੱਲ ਇਹ ਕਹੀ ਕਿ ਹੈਂਡਸ ਦੈਟ ਸਰਵ ਆਰ ਹੋਲੀਅਰ ਦੈਨ ਦ ਲਿਪਸ ਦੈਟ ਪ੍ਰੇ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਇੰਸਪਾਇਰਡ ਮੈਨੂੰ ਕੀਤੀਆਂ, ਜਾਂ ਮੈਨੂੰ ਬੁੱਕਸ ਤੋਂ ਇੰਸਪਾਇਰ ਮੈਂ ਹੋਇਆ। ਆਪਣਾ ਬੁੱਕਸ ਜਿਹੜੀਆਂ ਮੈਂ ਪੜ੍ਹਦਾ ਹਾਂ ਜਾਂ ਹੋਰ ਕਰਦਾ, ਉਹਨਾਂ ਦੀ ਲਾਈਫ, ਲੋਕਾਂ ਦੀ ਬਾਇਓਗ੍ਰਾਫੀਜ਼, ਆਟੋਬਾਇਓਗ੍ਰਾਫੀਜ਼, ਉਹ ਮੇਰੇ ਕੋਲ ਤੁਸੀਂ ਅਗਰ ਦੇਖਣਾ ਚਾਹੋਗੇ ਤਾਂ ਛੋਟੀ ਮੋਟੀ ਅੱਛੀ ਲਾਇਬ੍ਰੇਰੀ ਹੈ ਮੇਰੇ ਖਿਆਲ ਅੰਮ੍ਰਿਤਸਰ 'ਚ। ਕਿਸੇ ਕੋਲ ਇੰਨੀ ਵੈਰਾਈਟੀ ਆਫ ਬੁੱਕਸ ਐਂਡ ਨੰਬਰ ਆਫ ਬੁੱਕਸ, ਦੋਨੋਂ ਮੈਂ ਸਮਝਦਾ, ਮੈਂ ਤਾਂ ਨਹੀਂ ਦੇਖਿਆ, ਅਗਰ ਦੇਖੇ ਹੋਗੇ ਤਾਂ ਉਹਦੇ ਨਾਲ ਮੈਂ ਇੰਸਪਾਇਰਡ ਹੋਇਆ। ਬੁੱਕਸ ਦੇ ਨਾਲ, ਬੁੱਕਸ ਨਾਲ ਨਹੀਂ ਆਦਮੀ ਹੁੰਦਾ, ਬੁੱਕਸ 'ਚ ਕੀ ਲਿਖਿਆ, ਉਹ ਕੀ ਬੰਦੇ ਕਹਿੰਦੇ ਆ, ਕਿਸ ਤਰ੍ਹਾਂ ਸੋਚਦੇ ਆ, ਉਹ ਤੁਹਾਡੇ ਨਾਲ ਇੰਟਰੈਕਟ ਹੋ ਜਾਂਦਾ ਉਹਨਾਂ ਦਾ, ਤਾਂ ਤੁਸੀਂ ਥੋੜ੍ਹਾ ਜਿਹਾ ਇਹ ਸੋਚਣ ਲੱਗ ਜਾਂਦਾ ਕਿ ਵੀ ਅੱਛਾ ਕੰਮ ਕਿਸ ਤਰ੍ਹਾਂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ। 28 ਸਾਲ ਹੋ ਗਏ, ਇਹ 28th ਈਅਰ ਸੀ ਜਿਹੜਾ ਕਿ ਅਸੀਂ 1 ਜਨਵਰੀ ਨੂੰ ਰੇਲਵੇ ਸਟੇਸ਼ਨ ਦੇ ਉੱਤੇ ਹੈਲਥ ਯੂਨਿਟ ਹੈ, ਉੱਥੇ ਅਸੀਂ ਕੈਂਪ ਲਗਾਉਂਦੇ ਹਾਂ। ਉਹ 'ਚ ਰੋਟਰੀ ਵਾਲੇ ਵੀ ਆਉਂਦੇ ਹੈ, ਐਕਸਿਸ ਬੈਂਕ ਵਾਲੇ ਵੀ ਆ ਜਾਂਦੇ ਹੈ, ਚਾਰਟਰਡ ਅਕਾਊਂਟੈਂਟ ਵੀ ਆ ਜਾਂਦੇ ਹੈ, ਸਾਰੇ ਉਹ ਮਿਲ ਜਾਂਦੇ ਹੈ ਅਤੇ ਮਿਲ ਕੇ ਅਸੀਂ ਕੈਂਪ ਫਸਟ ਨੂੰ ਲਗਾਉਂਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਤੁਹਾਡਾ ਕਿ ਤੁਸੀਂ ਜਾਣਕਾਰੀ ਦਿੱਤੀ, ਅਤੇ ਇਹ ਜਿਹੜੀ ਗੱਡੀ ਆ ਇਹ ਕਿਸ ਤਰ੍ਹਾਂ ਤਿਆਰ ਹੋਈ ਉਸ ਦੀ ਜਾਣਕਾਰੀ ਵੀ ਦਿੱਤੀ, ਤੁਸੀਂ ਆਪਣੇ ਕੰਮਾਂ ਬਾਰੇ ਵੀ ਦੱਸਿਆ। ਸੋ ਸਮੁੱਚੀ ਦੁਨੀਆ ਜਿਹੜੀ ਆ ਉਹ ਇਹ ਜਦੋਂ ਸਟੋਰੀ ਜਿਹੜੀ ਆ ਉਹ ਦੇਖੇਗੀ, ਇਸ ਗੱਡੀ ਨੂੰ ਜਦੋਂ ਦੇਖੇਗੀ ਤਾਂ ਜ਼ਰੂਰ ਉਹ ਇਸ ਚੀਜ਼ ਦੇ ਵੱਲ ਆਕਰਸ਼ਿਤ ਜ਼ਰੂਰ ਹੋਵੇਗੀ। ਇਸ ਤਰ੍ਹਾਂ ਕਿ 2018 ਜਦੋਂ ਸ਼ੁਰੂ ਹੋਇਆ ਤਾਂ ਮੈਂ ਸੋਚਿਆ ਵੀ ਇਹ ਵਾਰ ਕੁਝ ਵੱਖਰੀ ਗੱਲ ਹੋਰ ਵੀ ਕਰੀਏ। ਬਲੱਡ ਡੋਨੇਸ਼ਨ ਦਾ ਕੈਂਪ ਹੋ ਹੀ ਰਿਹਾ ਅਤੇ ਵੱਖਰੀ ਕੰਮ ਕਰੀਏ। ਪਹਿਲਾਂ ਤੋਂ ਹੀ ਪਲਾਨਿੰਗ ਥੋੜ੍ਹੀ ਜਿਹੀ ਕੀਤੀ ਹੋਈ ਸੀ। ਉਹਦੇ ਵਿੱਚ ਇੱਕ ਤਾਂ ਇਹ ਗੱਡੀ ਡਿਸਪਲੇ ਕੀਤੀ, ਉੱਥੇ ਬਣ ਚੁੱਕੀ ਸੀ, ਤਕਰੀਬਨ ਰੂਫ ਨਹੀਂ ਬਣੀ ਸੀ।
ਬਾਕੀ ਬਣ ਚੁੱਕੀ ਸੀ। ਡਰਾਈਵ ਕਰਕੇ ਲੈ ਕੇ ਗਿਆ ਸੀ ਉੱਥੇ। ਤੇ ਇੱਕ ਮੈਂ ਕਿਤਾਬ ਵੀ ਲਿਖੀ ਹੈ ਜਿਹੜੀ ਕਿ ਮੈਂ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ। ਉਹ ਕਿਤਾਬ ਦਾ ਜਿਹੜਾ ਬੇਸ ਹੈ, ਉਹ ਜੋ ਆਈਡੀਆ ਹੈ, ਜੋ ਫਿਲਾਸਫੀ ਹੈ, ਉਹ ਭਗਤ ਸਿੰਘ ਦੀ ਫਿਲਾਸਫੀ ਹੈ, ਉਹ ਮਹਾਤਮਾ ਬੁੱਧ ਦੀ ਫਿਲਾਸਫੀ ਹੈ, ਉਹ ਖੁਸ਼ਵੰਤ ਸਿੰਘ ਦੀ ਫਿਲਾਸਫੀ ਹੈ, ਉਹ ਬਰਟਨ ਰਸਲ ਦੀ ਫਿਲਾਸਫੀ ਹੈ, ਔਰ ਰਿਚਰਡ ਡਾਕਨਸ ਦੀ ਫਿਲਾਸਫੀ ਹੈ। ਉਹਦੇ ਵਿੱਚ ਜ਼ਿਆਦਾਤਰ ਚੀਜ਼ਾਂ ਜਿਹੜੀਆਂ ਮੈਂ ਕੋਸ਼ਿਸ਼ ਕੀਤੀ ਹੈ ਪਾਉਣ ਦੀ, ਉਹ ਸਾਇੰਟੀਫਿਕਲੀ ਬੇਸਡ ਹੈ। ਵੀ ਸਾਇੰਟੀਫਿਕ ਟੈਂਪਰ ਜ਼ਰੂਰ ਹੋਣਾ ਚਾਹੀਦਾ, ਉਸ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ, ਮੁਲਕ ਨਹੀਂ ਅੱਗੇ ਚੱਲ ਸਕਦਾ, ਸਾਇੰਸ ਤੋਂ ਬਗੈਰ ਨਹੀਂ ਚੱਲ ਸਕਦਾ। ਅਸੀਂ ਹੁਣ ਜਿਹੜਾ ਹੈ ਬੁਲਕ ਕਾਰਟ 'ਚ ਨਹੀਂ ਰਹਿ ਸਕਦੇ, ਕਿੰਨੀ ਦੇਰ ਬੁਲਕ ਕਾਰਟ 'ਚ ਰਹੀਏ ਹੈ। ਹੁਣ ਸਾਨੂੰ ਉੱਪਰ ਦੇਖਣਾ ਚਾਹੀਦਾ ਅਸਮਾਨ 'ਚ। ਹੈ ਸਾਡੇ ਸਾਇੰਟਿਸਟ ਕਾਬਲ ਹੈ ਬਹੁਤ, ਦੁਨੀਆ 'ਚ ਨਾਂ ਡਾਕਟਰਾਂ ਨੇ ਵੀ ਕੀਤਾ, ਸਾਇੰਟਿਸਟ ਨੇ ਵੀ ਕੀਤਾ। ਨਾਸਾ ਦੇ ਵਿੱਚ ਸਾਡੇ 30% ਜਿਹੜੇ ਇੰਜੀਨੀਅਰਸ ਔਰ ਸਾਇੰਟਿਸਟ ਹੈ ਉਹ ਇੰਡੀਅਨ ਓਰੀਜਨ ਦੇ ਹੈ ਜਾਂ ਇੰਡੀਅਨਸ ਹੈ ਉੱਥੇ। ਅਤੇ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ? ਉਹ ਫਿਰ ਉਹ ਸੋਚ ਨਾਲ ਮੈਂ ਇਹ ਕਿਤਾਬ ਲਿਖੀ ਜਿਹਦਾ ਕਿ ਟਾਈਟਲ ਹੈ ਕਿ ਫੇਅਰਵੈਲ ਟੂ ਫੀਅਰ ਫੈਡ ਐਂਡ ਫੈਂਟੈਸੀ। ਇਹ ਐਮਾਜ਼ੋਨ 'ਤੇ ਫਲਿੱਪਕਾਰਟ 'ਤੇ ਅਵੇਲੇਬਲ ਹੈ ਕਿਤਾਬ। ਔਰ ਉਹਦੇ 'ਚ ਮੈਂ ਆਪਣਾ ਨਾਂ ਚੇਂਜ ਕਰਕੇ BM ਸਿੰਘ ਦੀ ਜਗ੍ਹਾ ਸਵਾਮੀ B ਮੋਹਨ ਰੱਖਿਆ, ਕਿਉਂਕਿ ਹਿੰਦੁਸਤਾਨ ਦੇ ਵਿੱਚ ਸਵਾਮੀ ਔਰ ਬਾਬਿਆਂ ਦੀ ਬੜੀ ਇੱਜ਼ਤ ਹੁੰਦੀ ਹੈ, ਬੜੇ ਲੋਕ ਇਹਨਾਂ ਦੇ ਪਿੱਛੇ ਲੱਗਦੇ ਆ। ਪਰ ਜਦੋਂ ਮੇਰੀ ਕਿਤਾਬ ਕੋਈ ਦੇਖੇਗਾ, ਪੜ੍ਹੇਗਾ, ਤਾਂ ਉਹ ਸੋਚੇਗਾ ਇਹ ਕਿਸ ਤਰ੍ਹਾਂ ਦਾ ਸਵਾਮੀ ਹੈ, ਇਹਨੇ ਕੀ ਗੱਲਾਂ ਲਿਖ ਦਿੱਤੀਆਂ। ਅਤੇ ਇਸ ਵਾਸਤੇ ਮੈਂ ਸਾਰੇ ਦਰਸ਼ਕਾਂ ਨੂੰ ਕਹਾਂਗਾ ਕਿ ਦੇ ਸ਼ੁਡ ਗੋ ਟੂ Amazon, Flipkart and other sources ਕਿ ਤੁਸੀਂ ਕਿਤਾਬ ਲਓਗੇ। ਕਿਤਾਬ ਦੀ ਕੀਮਤ ਕੋਈ ਜ਼ਿਆਦਾ ਨਹੀਂ ਹੈ, 200 ਰੁਪਏ ਹੈ ਅਤੇ $10 ਵੈਸੇ ਉਹਦੀ ਕੋਸਟ ਹੈ। ਅਤੇ ਕਿਤਾਬ ਦਾ ਇਹ ਹੈ। ਬਿਲਕੁਲ ਜੀ, ਇਹ ਕਿਤਾਬ ਜਿਹੜੀ ਹੈ ਤੁਸੀਂ ਫੀਅਰ ਫੈਡ ਐਂਡ ਫੈਂਟੈਸੀ, ਇਹ ਗੁਰੂ ਨਾਨਕ ਦੇਵ ਨੇ ਵੀ ਇਹੀ ਕਿਹਾ ਹੈ। ਬਿਲਕੁਲ। ਸੋ ਕਿਹਾ ਕਿ ਇਹ ਝੂਠੇ ਮੂਠੇ ਜਿਹੜੀ ਚੀਜ਼ਾਂ ਹੈ, ਗਲਤ ਚੀਜ਼ਾਂ, ਸੋਚ ਗਲਤ ਜਿਹੜੀ ਹੈ ਬਿੱਲੀ ਲੰਘ ਗਈ, ਛਿੱਕ ਲੱਗ ਗਈ, ਇਹ ਇਟ ਹੈਜ਼ ਨੋ ਰੈਲੇਵੈਂਸ, ਇਟ ਹੈਜ਼ ਨੋ ਰੈਲੇਵੈਂਸ ਐਟ ਆਲ। ਇਹ ਐਵੇਂ ਇੱਕ ਆਦਮੀ ਨੇ ਐਵੇਂ ਡਰਾਵਾ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਕੀਤਾ ਹੈ। ਔਰ ਇਸ ਕਿਤਾਬ ਦੀ ਇੱਕ ਖਾਸੀਅਤ ਮੈਂ ਹੋਰ ਵੀ ਦੱਸਣਾ ਚਾਹਾਂਗਾ। ਖਾਸੀਅਤ ਤਾਂ ਨਹੀਂ, ਪਰ ਮੈਂ ਇੱਕ ਐਡੀਸ਼ਨ ਕੀਤੀ ਹੈ ਜਿਹੜੀ ਕਿ ਕਿਸੇ ਨੋਰਮਲ ਜਗ੍ਹਾ 'ਤੇ ਕਿਸੇ ਕਿਤਾਬ 'ਚ ਸ਼ਾਇਦ ਨਾ ਕੀਤੀ ਹੋਵੇ, ਕਿ ਜਿਹੜੇ ਦੇ ਪ੍ਰੋਫਿਟ ਪ੍ਰੋਸੀਡਸ ਹੈ, ਉਹ ਟੋਟਲ ਪ੍ਰੋਫਿਟ ਪ੍ਰੋਸੀਡ ਵਿਲ ਗੋ ਐਜ਼ ਡੋਨੇਸ਼ਨ ਐਂਡ ਚੈਰਿਟੀ ਟੂ ਹੈਂਡੀਕੈਪਡ, ਕੈਂਸਰ ਐਂਡ ਪਾਲਸੀ ਚਿਲਡਰਨ ਐਂਡ ਪੂਅਰ ਓਲਡ ਵਿਡੋਜ਼। ਇਹ ਥੱਲੇ ਮੈਂ ਲਿਖਿਆ ਹੋਇਆ ਇਸ ਦੇ ਉੱਤੇ, ਹੈ ਜੀ। ਇਹ ਔਰ ਉਹ ਵੀ ਆਡਿਟ ਕਰਵਾ ਕੇ, ਐਸੇ ਨਹੀਂ, ਇਹ ਵੀ ਇਸ 'ਚ ਵੀ ਇਹੀ ਗੱਲ ਲਿਖੀ ਹੈ, ਇੱਥੇ ਵੀ ਇਹੀ ਗੱਲ ਲਿਖੀ ਹੈ। ਸੋ ਮੈਂ ਇਹ ਗੱਲ ਇਸ ਵਾਸਤੇ ਕਹਿ ਰਿਹਾ ਕਿ ਲੋਕਾਂ ਨੂੰ ਸਾਇੰਟੀਫਿਕ ਟੈਂਪਰ ਹੋਏਗਾ ਤਾਂ ਅੱਛਾ ਹੋਏਗਾ। ਅਤੇ ਲੋਕ ਖਾਸ ਕਰਕੇ ਇੰਡੀਅਨਸ ਨੂੰ ਮੈਂ ਰਿਕਮੈਂਡ ਕਰਾਂਗਾ ਜਿਹੜੇ ਬਾਹਰ ਹੈ ਕਿ ਉਹ ਇਸ ਕਾਪੀ ਨੂੰ ਜ਼ਰੂਰ ਪੜ੍ਹਨ। ਉਹ ਇੰਡੀਆ ਸੈਂਟਰਿਕ ਕਾਪੀ ਹੈ, ਇੰਡੀਆ ਸੈਂਟਰਿਕ ਰਾਈਟਿੰਗ ਹੈ। ਬਹੁਤ ਸਾਰੀ ਰੈਫਰੈਂਸ ਜਿਹੜੇ ਹੈ ਸਾਡੇ ਆਪਣੇ ਮੁਲਕ ਦੇ, ਆਪਣੇ ਉਸ ਦੇ ਹੈ। ਅਤੇ ਇਸ ਕਰਕੇ ਇਹ ਅਗਰ ਪੜ੍ਹਨਗੇ ਤਾਂ ਉਹਨਾਂ ਦੇ ਬੱਚਿਆਂ ਨੂੰ ਇਹ ਕਿਤਾਬ 2 ਜਨਰੇਸ਼ਨ ਹੈਡ ਮੈਂ ਸਮਝਦਾ, 50 ਸਾਲ ਅੱਗੇ ਦੀ ਗੱਲ ਲਿਖੀ ਹੈ ਇਹਦੇ ਵਿੱਚ, ਹਾਂਜੀ। ਜਿਹੜੇ 50 ਸਾਲ ਅੱਗੇ ਬੱਚੇ ਆਉਣਗੇ ਉਹ ਕਹਿਣਗੇ ਕਿ ਹਾਂ ਇਹ ਕਿਸ ਨੇ ਲਿਖੀ, ਇਹ ਬੜੀ ਅੱਛੀ ਗੱਲ ਲਿਖੀ। ਇਹ ਉਸ ਵੇਲੇ ਇਸ ਤਰ੍ਹਾਂ ਲੋਕ, ਪਿਛਲੇ ਬੰਦੇ ਇਸ ਤਰ੍ਹਾਂ ਰਹਿੰਦੇ ਹੁੰਦੇ ਸੀ, ਇਹ ਸੋਚ ਸੀ। ਇਹ ਤਾਂ ਨਵੀਂ ਗੱਲ ਲਿਖੀ। ਸੋ 2 ਗੱਲਾਂ ਤਾਂ ਬਿਲਕੁਲ ਹੀ ਨਵੀਆਂ ਕੀਤੀਆਂ। ਤੀਸਰੀ ਗੱਲ ਜਿਹੜੀ ਬਲੱਡ ਡੋਨੇਸ਼ਨ ਦੀ, ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ 28 ਸਾਲ ਤੋਂ ਮੈਂ ਕੈਂਪ ਲਗਾ ਰਿਹਾ। ਅਤੇ ਹੋਰ ਬਿਲਕੁਲ ਜੀ, ਬਹੁਤ ਹੀ ਖੂਬਸੂਰਤ ਸੋਚ, ਬਹੁਤ ਹੀ ਖੂਬਸੂਰਤ ਉਪਰਾਲਾ, ਅਤੇ ਇੱਕ ਹੋਰ ਖੂਬਸੂਰਤ ਉਪਰਾਲਾ ਇਹ ਕਾਰ ਦੇ ਰੂਪ ਦੇ ਵਿੱਚ ਵੀ ਸਾਹਮਣੇ ਆ। 81 ਸਾਲ ਉਮਰ ਆ BM ਸਿੰਘ ਹੋਰਾਂ ਦੀ, ਅਤੇ ਉਹਨਾਂ ਦੇ ਵੱਲੋਂ ਇਹ ਕਾਰ ਜਿਹੜੀ ਤਿਆਰ ਕੀਤੀ ਗਈ ਆ। ਮੈਂ ਸੋਚਦਾ ਕਿ ਇਸ ਨੂੰ ਦੇਖ ਕੇ ਬਹੁਤ ਸਾਰੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਆ ਉਹ ਜ਼ਰੂਰ ਸੋਚਣਗੇ ਕਿ ਜ਼ਿੰਦਗੀ ਦੇ ਵਿੱਚ ਜ਼ਰੂਰ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਜਿਹੜਾ ਸਮਾਜ ਦੇ ਵੀ ਕੰਮ ਆਵੇ,
ਤੇ ਜਿਸ ਤਰ੍ਹਾਂ ਦੇ ਨਾਲ ਪੋਲਿਊਸ਼ਨ ਫੈਲ ਰਿਹਾ ਜਾਂ ਹੋਰ ਬਹੁਤ ਸਾਰੀਆਂ ਬੁਰਾਈਆਂ ਜਾਂ ਕੁਝ ਇਸ ਤਰ੍ਹਾਂ ਦਾ ਹੈਗਾ ਉਸ ਨੂੰ ਵੀ ਦੂਰ ਕੀਤਾ ਜਾਵੇ। ਸੋ ਇਹ ਉਹ ਕਾਰ ਜਿਸ ਸਬੰਧ ਦੇ ਵਿੱਚ ਅਸੀਂ ਅੱਜ ਦੀ ਇਹ ਇੰਟਰਵਿਊ ਕੀਤੀ, ਉਸ ਦੇ ਨਾਲ BM ਸਿੰਘ ਹੋਰਾਂ ਨੇ ਸਾਨੂੰ ਹੋਰ ਵੀ ਬਹੁਤ ਚੀਜ਼ਾਂ ਦੱਸੀਆਂ, ਕਿਉਂਕਿ ਉਹ ਖੁਦ ਵੀ ਸਮਾਜ ਸੇਵੀ ਨੇ। ਉਹਨਾਂ ਦੇ ਵੱਲੋਂ ਕਿਤਾਬ ਵੀ ਲਿਖੀ ਗਈ, ਜਿਹੜੀ ਉਹ ਕਿਤਾਬ ਦੇ ਜਿੰਨੇ ਵੀ ਐਡੀਸ਼ਨ ਜਿਹੜੇ ਆ ਉਹ ਵਿਕਣਗੇ, ਉਹ ਸਾਰਾ ਜਿਹੜਾ ਪੈਸਾ ਜਿਹੜਾ ਆ ਉਹ ਵੀ ਜਿਹੜੇ ਗਰੀਬ ਲੋਕ ਆ ਜਾਂ ਵਿਧਵਾਵਾਂ ਨੇ ਉਹਨਾਂ ਦੇ ਉੱਤੇ ਖਰਚ ਜਿਹੜਾ ਹੈ ਉਹ ਕੀਤਾ ਜਾਣਾ ਆ। ਸੋ ਅੱਜ ਦੀ ਸਿੱਖ ਚੈਨਲ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ, ਤੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਇਸ ਦੀ ਫੀਡਬੈਕ ਸਿੱਖ ਚੈਨਲ ਦੇ ਉੱਤੇ ਜ਼ਰੂਰ ਦੇਣਾ, ਤੇ ਇਸੇ ਤਰ੍ਹਾਂ ਹੀ ਜੁੜੇ ਰਹੋ ਸਿੱਖ ਚੈਨਲ ਦੇ ਨਾਲ। ਤੇ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।